ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਾਵਨੀ ਸਾਧ ਸੰਗੈਣ ਲਵਧਿਮ ਬੜ ਭਾਗਣੈ। ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣੈ। ਗਾਥਾ ਗੂੜ ਅਪਾਰੰ ਸਮਝਣੈ ਬਿਰਲਾ ਜਨੈ। ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗ ਮੈਂ। ਸੁਮੰਤਰ ਸਾਧ ਬਚਨਾ ਕੋਟ ਦੋਖ ਵਿਨਾਸ਼ਨੈ। ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਧਾਰਣੈ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਪ ਜੀ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹੈ ਗਾਥਾ ਦੇ ਵਿੱਚ, ਭਾਵਨੀ ਸਾਧ ਸੰਗੈਣ ਲਵਤਿਮ ਬੜ ਭਾਗਣ। ਕੱਲ ਵੀ ਹੋ ਗਈ ਸੀ ਵਿਚਾਰ ਇਸ ਤੁਕ ਦੀ। ਭਾਵਨੀ ਸਾਧ ਸੰਗੈਣ, ਜਿਹੜਾ ਪ੍ਰੇਮ ਹੈ ਉਹ ਸਾਧ ਦੀ ਸੰਗਤ ਵਿੱਚ ਜਾ ਕੇ ਗੁਰੂ ਕੀ ਸੰਗਤ ਵਿੱਚ ਲੱਗਦਾ ਹੈ, ਔਰ ਜਿਹੜੀ ਕਿ ਬੜੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ। ਹਰ ਨਾਮ ਗੁਣ ਰਮਣੁ ਨਾਨਕ ਸੰਸਾਰ ਸਾਗਰ ਨਹਿ ਵਿਆਪਣੈ। ਹਰੀ ਦੇ ਗੁਣ ਗਾਉਣ ਦੇ ਨਾਲ, ਉਹਦੀ ਕੀਰਤੀ ਕਰਨ ਦੇ ਨਾਲ ਸੰਸਾਰ ਦਾ ਜਿਹੜਾ ਭੈ ਸਾਗਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲਾ, ਉਹ ਵਿਆਪਦਾ ਨਹੀਂ ਹੈ। ਗਾਥਾ ਗੂੜ ਅਪਾਰੰ ਸਮਝਣੈ ਬਿਰਲਾ ਜਨੈ। ਇਹ ਜਿਹੜੀ ਗਾਥਾ ਹੈ ਬੜੀ ਗੂੜ ਹੈ, ਗੋਹਜ ਹੈ, ਕਿਸੇ ਵਿਰਲੇ ਨੂੰ ਸਮਝ ਲੱਗਦੀ ਹੈ ਇਹਦੀ। ਇਹ ਹੈ ਉਹ ਚੀਜ਼ ਜਿਹੜੀ ਦਾਸਰਾ ਕਹਿੰਦਾ ਹੁੰਦਾ ਬਈ, ਇੱਕ ਹੁੰਦੀ ਹੈ ਐਕਸੋਟੈਰਿਕ, ਇੱਕ ਹੁੰਦੀ ਹੈ ਈਸੋਟੈਰਿਕ। ਐਕਸੋਟੈਰਿਕ ਹੁੰਦੀ ਹੈ ਜਿਹੜੀ ਸਭ ਨੂੰ ਸਮਝ ਆ ਜਾਏ, ਜਿਵੇਂ ਹਿਸਾਬ ਹੈ, ਮੈਥ ਹੈ, ਫਿਜ਼ੀਓਲੋਜੀ ਹੈ, ਜੀਓਲੋਜੀ ਹੈ, ਕੈਮਿਸਟਰੀ ਹੈ, ਹਿਸਟਰੀ ਹੈ, ਇਸ ਤਰ੍ਹਾਂ। ਇਹ ਗਾਥਾ ਬੜੀ ਗੂੜ ਹੈ, ਇਹ ਈਸੋਟੈਰਿਕ ਹੈ। ਇਹ ਕਿਸੇ ਵਿਰਲੇ ਦੇ ਸਮਝ ਚ ਆਉਂਦੀ ਹੈ ਨਹੀਂ ਹੈ, ਕਿਉਂਕਿ ਬੁੱਧੀ ਨਾਲ ਆ ਨਹੀਂ ਸਕਦੀ। ਜਿੰਨਾ ਚਿਰ ਉਹ ਵਿਵੇਕ ਨਹੀਂ ਬਖਸ਼ਦਾ, ਇਹ ਗਾਥਾ ਦਾ ਸਮਝ ਨਹੀਂ ਆਉਂਦੀ ਹੈ। ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗ ਮੈਂ। ਸੰਸਾਰ ਕਾਮ ਤਜਣੰ, ਜਿਹੜੀ ਸੰਸਾਰ ਦੀ ਕਾਮਨਾ ਹੈ, ਪੁੱਤਾਂ ਧੀਆਂ ਵਿੱਚ ਸਾਰਾ ਕਾਰੋਬਾਰ ਹੈ, ਕਰਦੇ ਹੋਏ ਵਿੱਚ ਰਹਿਣਾ, ਉਹਨੂੰ ਕਹਿੰਦੇ ਕਾਮਨਾਵਾਂ ਦੀ ਜਿਹੜੀ ਵਾਸਨਾ, ਉਹਨੂੰ ਤਜਣਾ। ਲੋਗ ਕੁਟੰਬ ਸਭੂ ਤੇ ਤੋਰੈ ਤਵ ਆਪਨ ਵੇਢੀ ਆਵੇ। ਭਗਤ ਨਾਮਦੇਵ ਜੀ ਫਰਮਾ ਰਹੇ। ਇਹ ਕਾਮਨਾਵਾਂ ਨੂੰ ਛੱਡਣਾ, ਵਿੱਚ ਰਹਿੰਦੇ ਹੋਏ, ਔਰ ਪਰਮਾਤਮਾ ਦੀ ਕੀਰਤੀ ਕਰਨੀ ਸਾਧ ਸੰਗਤ ਦੇ ਵਿੱਚ। ਫਿਰ ਇਹ ਸਮਝ ਆਉਂਦੀ ਹੈ ਗੱਲ ਦੀ। ਸੁਮੰਤਰ ਸਾਧ ਵਚਨਾ ਕੋਟ ਦੋਖ ਵਿਨਾਸ਼। ਸਾਧੂ ਦੇ ਜਿਹੜੇ ਵਚਨ ਹੈ ਉਹੀ ਅਸਲੀ ਸੁਮੰਤਰ ਹੁੰਦਾ, ਉਹੀ ਵਧੀਆ ਮੰਤਰ ਹੁੰਦਾ, ਸ੍ਰੇਸ਼ਟ ਮੰਤਰ ਹੁੰਦਾ, ਜਿਹਦੇ ਨਾਲ ਕਰੋੜਾਂ ਹੀ ਦੋਖ ਵਿਨਾਸ਼ ਹੋ ਜਾਂਦੇ। ਜਿਵੇਂ ਜੰਗਲ ਦੀ ਲੱਕੜੀ ਰਾਖ ਹੋ ਜਾਂਦੀ ਹੈ ਇੱਕ ਤੀਲ ਦੇ ਨਾਲ, ਸਾਧੂ ਦੇ ਇੱਕ ਵਚਨ ਨਾਲ ਵੀ ਸਾਰੇ ਰਾਖ ਹੋ ਜਾਂਦੇ। ਹਰ ਚਰਨ ਕਮਲ ਧਿਆਨ ਨਾਨਕ ਕੁਲ ਸਮੂਹ ਉਦਾਹਰਣ ਹੈ। ਹਰੀ ਦੇ ਜਿਹੜੇ ਚਰਨ ਕਮਲ ਹੈ, ਉਹਨਾਂ ਦਾ ਧਿਆਨ ਲਾ ਕੇ ਪਾਤਸ਼ਾਹ ਫਰਮਾਉਂਦੇ ਆ ਵੀ ਕੁੱਲ ਸਮੂਹਾਂ ਦਾ ਵੀ ਆਧਾਰ ਹੋ ਜਾਂਦਾ। ਨਾਲ ਦੇ ਜਿਹੜੇ ਸੁਣਨ ਵਾਲੇ ਹੁੰਦੇ, ਵਿਚਾਰਨ ਵਾਲੇ ਹੁੰਦੇ, ਸਾਧੂ ਦੀ ਸੰਗਤ ਕਰਨ ਵਾਲੇ ਹੁੰਦੇ, ਉਹਨਾਂ ਸਾਰਿਆਂ ਦਾ ਹੀ ਆਧਾਰ ਹੋ ਜਾਂਦਾ, ਉਹਨਾਂ ਦੀਆਂ ਕੁਲਾਂ ਦਾ ਵੀ ਆਧਾਰ ਹੋ ਜਾਂਦਾ। ਇਹ ਵਡਿਆਈ ਹੈ ਨਾਮ ਦੀ। ਜਿੰਨਾ ਜਿੰਨਾ ਕੋਈ ਨਾਮ ਜਪਦਾ ਹੈ, ਉਨੀ ਉਹਨੂੰ ਪ੍ਰਾਪਤੀ ਹੁੰਦੀ ਹੈ, ਉਹਦੇ ਨਾਲਦਿਆਂ ਨੂੰ ਵੀ ਹੋ ਜਾਂਦੀ ਹੈ। ਕਬੀਰ ਜੀ ਫਰਮਾਉਂਦੇ ਆ ਵੀ ਮੇਰੇ ਸੰਗੀ ਵੀ ਮੇਰਾ ਧਿਆਨ ਧਰਦੇ ਆ, ਕਿਉਂਕਿ ਮੈਂ ਰਾਮ ਦਾ ਹੋ ਗਿਆ। ਉਹ ਮੇਰੀ ਗੱਲ ਨੂੰ ਸੁਣਦੇ ਆ, ਉਹਨਾਂ ਦਾ ਵੀ ਆਧਾਰ ਹੋ ਰਿਹਾ ਨਾਲ ਦੀ ਨਾਲ। ਜੇ ਸਾਧੂ ਦੀ ਸੰਗਤ ਵਿੱਚ ਕੋਈ ਤਸਕਰ ਆ ਕੇ ਬੈਠ ਜਾਵੇ, ਸਾਧੂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਤਸਕਰ ਦੀ ਜਿਹੜੀ ਨੇੜਤਾ ਹੈ, ਪਰ ਤਸਕਰ ਨੂੰ ਲਾਹਾ ਹੀ ਲਾਹਾ ਹੈ। ਕੁਛ ਨਾ ਕੁਛ ਉਹਦੇ ਦਿਮਾਗ 'ਚ ਕੋਈ ਗੱਲ ਇੱਕ ਵੀ ਬੈਠ ਗਈ, ਉਹਦਾ ਆਧਾਰ ਹੋ ਜਾਂਦਾ। ਸੋ ਮੋਟੇ ਤੌਰ ਤੇ ਗੁਰੂ ਮਹਾਰਾਜ
ਗੁਰੂ ਸਾਹਿਬਾਨ ਜਿਨ੍ਹਾਂ ਦੀ ਵੀ ਬਾਣੀ ਦਰਜ ਹੈ ਔਰ ਭਗਤ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁਰਾਦ ਹੈ। ਇਹਦੇ ਵਿੱਚ ਦੋ ਤਿੰਨ ਗੱਲਾਂ ਪ੍ਰਮੁੱਖ ਆ ਰਹੀਆਂ। ਗੁਰੂ ਦੀ ਪ੍ਰਾਪਤੀ ਹੋਣੀ, ਸਾਧ ਸੰਗਤ ਦੀ ਪ੍ਰਾਪਤੀ ਹੋਣੀ, ਹਉਮੈ ਦਾ ਟੁੱਟਣਾ ਤੇ ਨਾਮ ਦਾ ਪੈਦਾ ਹੋਣਾ। ਇਹ ਤਿੰਨ ਚਾਰ ਚੀਜ਼ਾਂ ਬਾਰ-ਬਾਰ ਗੁਰਬਾਣੀ ਚ ਆ ਰਹੀਆਂ। ਜਿੰਨਾ ਚਿਰ ਸਾਨੂੰ ਇਹ ਚੀਜ਼ਾਂ ਪ੍ਰਾਪਤ ਨਹੀਂ ਹੁੰਦੀਆਂ, ਫਿਰ ਸਾਡਾ ਬਾਹਰ ਦਾ ਜਿਹੜਾ ਥੋਥਾ ਗਿਆਨ ਹੈ, ਸੰਸਾਰੀ ਗਿਆਨ ਹੈ, ਉਹ ਹੁੰਦਾ ਹੈ, ਉਹ ਰੁੱਖਾ ਹੈ, ਉਹਦੇ ਚੋਂ ਕੁਛ ਨਿਕਲਣ ਵਾਲਾ ਨਹੀਂ ਹੁੰਦਾ, ਸਗੋਂ ਹਉਮੈ ਪੈਦਾ ਕਰਦਾ। ਮੈਂ ਬੜਾ ਗਿਆਨੀ ਹੋ ਗਿਆ, ਮੈਂ ਬੜਾ ਕਥਾਕਾਰ ਬਣ ਗਿਆ, ਮੈਂ ਬੜਾ ਕੀਰਤਨੀਆ ਹੋ ਗਿਆ, ਮੈਂ ਬੜਾ ਗੁਰਦੁਆਰੇ ਦਾ ਪ੍ਰਧਾਨ ਬਣ ਗਿਆ। ਇਹ ਸਾਰਾ ਹੀ ਹਉਮੈ ਦਾ ਹੀ ਰੂਪ ਹੈ, ਅਗਰ ਇਹਨੂੰ ਸਹੀ ਅਰਥਾਂ 'ਚ ਨਾ ਲਿਆ ਜਾਵੇ। ਅਗਰ ਕੀਰਤੀ ਕਰਨੀ ਹੈ ਨੀਵੇਂ ਹੋ ਕੇ ਪ੍ਰਭੂ ਨੂੰ ਰਝਾਉਣ ਖਾਤਰ, ਫੇਰ ਕੀਰਤਨ ਕਰਨੇ ਦੀ ਤਾਂ ਕੋਈ ਮਹਿਮਾ ਹੀ ਅੰਤ ਨਹੀਂ ਹੈ। ਤੇ ਜੇ ਦੂਜਾ ਪਾਸਾ ਹੀ ਹੈ ਵੀ ਖਾਲੀ ਉਪਜੀਵਕਾ ਖਾਤਰ ਕਰਦਾ ਬੰਦਾ, ਜਾਂ ਹਉਮੈ 'ਚ ਕਰਦਾ ਵੀ ਮੇਰਾ ਬੜਾ ਗਲਾ ਰਸੀਲਾ ਹੈ, ਲੋਕ ਮੈਨੂੰ ਸੁਣਦੇ ਹੈ, ਫਿਰ ਆਪ ਹੀ ਸਮਝ ਲਓ ਵੀ ਗੁਰਬਾਣੀ ਕਿੱਥੇ ਬੰਦੇ ਨੂੰ ਖੜਾਉਂਦੀ ਹੈ। ਐਸੇ ਤਰੀਕੇ ਨਾਲ ਜਪ ਦੀ ਗੱਲ ਹੈ, ਹੁਣ ਪਹਿਲਾਂ ਵੀ ਉੱਪਰ ਹੋਈ ਹੈ ਵੀ ਜਪ ਕਰਨਾ ਜ਼ਰੂਰੀ ਹੈ, ਮਸਟ ਹੈ। ਜਪ ਤੋਂ ਬਿਨਾਂ ਅੰਦਰ ਖੁੱਲ੍ਹ ਨਹੀਂ ਸਕਦਾ ਬੰਦੇ ਦਾ, ਹਉਮੈ ਟੁੱਟੇ ਨਹੀਂ ਸਕਦੀ। ਪਰ ਜਪ ਨੂੰ ਵੀ ਜੇ ਉੱਪਰੋਂ ਟੈਕਨੀਕਲੀ ਉਹ ਲੈ ਲਿਆ ਦੇਵਤਿਆਂ ਦੀ ਤਰ੍ਹਾਂ, ਗੁਣ ਗਾਵੇ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ, ਫਿਰ ਪ੍ਰਾਪਤੀ ਨਹੀਂ ਹੋਣੀ ਕੁਛ ਵੀ ਭਾਈ। ਜਦ ਉਹਨਾਂ ਨੂੰ ਨਹੀਂ ਹੁਣ ਥਾਈ ਹੋਈ, ਜਗ੍ਹਾ ਜਗ੍ਹਾ ਦੇਵਤਿਆਂ ਦੀ ਜਿਹੜੀ ਸੋਚ ਹੈ ਉਹਦਾ ਖੰਡਨ ਕਰਿਆ ਗੁਰੂ ਸਾਹਿਬ ਨੇ ਵੀ ਇੱਕ ਤਿਲ ਜਿੰਨਾ ਵੀ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਈ। ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸਰਾਰਦਨ ਸੁਧ ਸਿਧਾਦਕ ਸੰਤ ਸਮੂਹ ਅਨੇਕ ਮਤੀ ਕੇ। ਇਹ ਸਾਰੇ ਜਿਹੜੇ ਉੱਪਰ ਗਿਣੇ, ਇਨਕਲੂਡਿੰਗ ਸਾਧਾਂ ਸੰਤਾਂ ਦੇ ਸਮੂਹ ਟੋਲੇ, ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰੀਤੀ ਨਹੀਂ ਆਈ, ਉਹ ਇੱਕ ਰੱਤੀ ਦੇ ਬਰਾਬਰ ਪਿੱਛੋਂ ਆਪਣਾ ਨਿਰਣਾ ਦੇ ਦਿੱਤਾ। ਜਿੰਨਾ ਚਿਰ ਗੁਰੂ ਦਾ ਜਾਂ ਪਰਮਾਤਮਾ ਦਾ ਪ੍ਰੇਮ ਨਹੀਂ ਪੈਦਾ ਹੋਇਆ, ਖਾਲੀ ਆਪਣੀ ਹਉਮੈ ਚੋਂ ਹੀ ਇਹ ਸਾਰਾ ਕੁਛ ਕਰ ਰਿਹਾ ਬੰਦਾ ਜੀ। ਪਰਮਾਤਮਾ ਦੇ ਗੁਣ ਵੀ ਹਉਮੈ ਚੋਂ ਹੀ ਗਾ ਰਿਹਾ। ਇਹ ਭਾਵਨਾ ਨਹੀਂ ਹੈ ਵੀ ਇਹ ਮੇਰੀ ਹਉਮੈ ਟੁੱਟ ਜਾਏ ਕਿਸੇ ਤਰੀਕੇ ਨਾਲ, ਮੈਂ ਜਿਹੜਾ ਗੁਣ ਗਾਉਣਾ ਉਹਦਾ ਮਕਸਦ ਇਹ ਹੋਣਾ ਚਾਹੀਦਾ, ਨਾ ਕਿ ਆਪਣੇ ਆਪ ਨੂੰ ਬੜਾ ਕਰਨਾ, ਡੇਰੇਦਾਰੀ ਬਣਾਉਣੀ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਕੋਉ ਨਾ ਦੇਖੇ ਤੇ ਪ੍ਰਾਣਪਤੀ ਕੇ। ਰੱਬ ਪਰ ਕੋਈ ਨਹੀਂ ਖੜਾ, ਸਾਰੇ ਆਪਣੀ ਆਪਣਾ ਰਾਗ ਅਲਾਪ ਨੇ, ਸਾਰੇ ਜਿੰਨੇ ਵੀ ਮਤ ਹੈ। ਇਸੇ ਕਰਕੇ ਖੰਡਨ ਕਰਿਆ ਗੁਰੂ ਸਾਹਿਬ ਨੇ, ਕਿਉਂਕਿ ਉਹ ਟੈਕਨੀਕਲੀ ਕਰਦੇ ਜੋ ਵੀ ਕਰਦੇ ਆ, ਅੰਦਰ ਤੋਂ ਭਿੱਜ ਕੇ ਜਾਂ ਉਹ ਸਮਝ ਕੇ ਵੀ ਆਈ ਐਮ ਨਹੀਂ, ਉਹ ਗੱਲ ਨੂੰ ਸਮਝ ਨਹੀਂ ਰਿਹਾ ਕੋਈ ਵੀ। ਡੇਰੇਦਾਰੀ ਚੱਲਦੀ ਹੋ ਇਸ ਕਰਕੇ, ਜੇ ਇਹ ਗੱਲ ਅੰਦਰੋਂ ਨਿਕਲ ਜੇ ਤਾਂ ਡੇਰਾ ਬਣਦਾ ਹੀ ਨਹੀਂ। ਜਦ ਬੰਦੇ ਨੇ ਆਪਣੀ ਹਉਮੈ ਹੀ ਨਿਗੇਟ ਹੋ ਗਈ, ਉਹਦੀ ਗੁਰੂ ਵੱਲੋਂ ਹੋ ਗਈ, ਫਿਰ ਉਹਨੂੰ ਡੇਰੇ ਦਾ ਕਿਹੜਾ ਚਾਅ ਹੈ ਵੀ ਮੇਰਾ ਨਾ ਹੋਵੇ, ਨਾ ਤਾਂ ਰਹਿੰਦਾ ਹੀ ਨਹੀਂ ਫਿਰ ਉਹਦਾ, ਉਹ ਤਾਂ ਤੂੰ ਹੀ ਬਣ ਜਾਂਦਾ ਫਿਰ। ਸੋ ਸਾਧ ਸੰਗਤ ਜੀਓ, ਵਿਚਾਰ ਤਾਂ ਇੰਨੀਓ ਹੈ। ਬਾਕੀ ਅੱਜ ਦਿਨ ਵਿੱਚ ਜਿਹੜੀਆਂ ਵਿਚਾਰਾਂ ਹੋਈਆਂ, ਜਿਹੜੀਆਂ ਦੱਸ ਰਹੇ ਨੇ ਹੁਣੇ ਸੁਣੀਆਂ, ਉਹਨਾਂ 'ਚ ਫਿਰ ਦੁਬਾਰਾ ਸੁਣ ਕੇ ਕੋਈ ਨਾ ਕੁਛ ਪ੍ਰਾਪਤੀ ਹੋਊਗੀ, ਉਹ ਫਿਰ ਆਪ ਜੀ ਨਾਲ ਬਿਆਨ ਕਰਾਂਗਾ, ਵਿਆਖਿਆ ਕਰ ਲਾਂਗੇ ਵਿੱਚੋਂ। ਤੋ ਦਿਓ ਖਿਮਾ, ਆਪ ਜੀ ਬਖਸ਼ਣਹਾਰ ਹੈ, ਔਰ ਬਖਸ਼ ਦਿਓ, ਦਿਓ ਕੋਈ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਿਓ ਭਾਈ ਮਨਜੀਤ ਸਿੰਘ ਜੀਓ, ਇਹ ਜ਼ਰੂਰ ਵਿਆਖਿਆ ਕਰਿਓ। ਤੁਸੀਂ ਇੱਧਰ ਰਹੇ ਹੈ ਸਾਊਦੀ ਅਰਬ 'ਚ, ਬਈ ਜਿਹੜੇ ਮੁਸਲਮਾਨ ਭਰਾ ਹੈ ਉਹ ਆਪਣੇ ਨਾਲ ਲੈ ਕੇ ਜਾਂਦੇ ਆ ਕਿਸੇ ਜੀਵ ਨੂੰ ਕੁਰਬਾਨੀ ਦੇਣ ਖਾਤਰ, ਜਾਂ ਉੱਥੋਂ ਖਰੀਦਦੇ ਹੈ, ਜਾਂ ਹੱਜ ਦੇ ਵਿੱਚ ਹੁੰਦੀ ਵੀ ਨਹੀਂ ਹੈ। ਇਹ ਵੀ ਹੋ ਸਕਦਾ ਵੀ ਉੱਥੇ ਨਾ ਬਲੀ ਹੋਵੇ। ਵੈਸੇ ਤਾਂ ਇਹ ਗਾਂ ਨੂੰ ਵੱਢ ਕੇ ਖਾਂਦੇ, ਇਹ ਤਾਂ ਹੈਗੇ ਸਬੂਤ ਇਹਨਾਂ ਗੱਲਾਂ ਦੇ ਤਾਂ। ਪਰ ਹੱਜ ਦੇ ਵਿੱਚ ਕਿਸੇ ਜੀਵ ਦੀ ਬਲੀ ਦਿੰਦੇ ਆ ਜਾ ਕੇ, ਇਹ ਜ਼ਰੂਰ ਦੱਸਿਓ ਵੀ ਉਹ ਕਿਵੇਂ ਜੀਵ ਨੂੰ ਪ੍ਰੋਕਿਓਰ ਕਰਦੇ ਆ, ਉੱਥੇ ਲੈ ਕੇ ਜਾਂਦੇ ਆ ਜਾਂ ਉੱਥੋਂ ਖਰੀਦਦੇ ਆ ਜਾਂ ਕਿਆ ਕਰਦੇ ਆ। ਤਾਂ ਤੁਹਾਡੀ ਗੱਲ ਤੇ ਹੋਰ ਸੋਨੇ ਤੇ ਸੁਹਾਗਾ ਲੱਗ ਜੂ। ਫਿਰ ਇਹ ਜਿਹੜਾ ਗਾਏ ਸ਼ਬਦ ਹੈ, ਇਹਦੀ ਵੀ ਕੁਛ ਨਾ ਕੋਈ ਆਪਾਂ ਨੂੰ ਹੋਰ ਪਤਾ ਲੱਗ ਜੂਗਾ। ਔਰ ਇੱਕ ਗੱਲ ਸਾਰੇ ਗੁਰਮੁਖ ਸੱਜਣਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਇਹ ਗਾਏ ਸ਼ਬਦ ਗੁਰਬਾਣੀ 'ਚ ਵੀ ਟੋਲਿਓ, ਕਿਤੇ ਨਾ ਕਿਤੇ ਹੋਰ ਜਗ੍ਹਾ ਵੀ ਹੋ ਸਕਦਾ ਹੈ। ਖਾਸ ਕਰਕੇ ਜਿਹੜੇ ਫਾਰਸੀ ਦੇ ਸ਼ਬਦ ਨੇ, ਦੱਸਣ ਦੀ ਕੋਸ਼ਿਸ਼ ਕਰੂਗਾ ਜੇ ਕਿਤੋਂ ਮਿਲ ਜੇ ਤਾਂ ਫਿਰ ਇਹ ਮੰਨਣ 'ਚ ਕਿਆ ਇਤਰਾਜ਼ ਹੋਊਗਾ ਕਿਸੇ ਨੂੰ ਵੀ ਗਾਏ ਦਾ ਮਤਲਬ ਜਗ੍ਹਾ ਹੀ ਹੈ। ਦੇਖਿਓ, ਵਿਚਾਰਿਓ, ਕਿਉਂਕਿ ਇੱਥੇ ਵਿਆਕਰਨ ਤਾਂ ਲਾਗੂ ਨਹੀਂ ਹੁੰਦਾ ਕਿਸੇ ਵੀ ਗੱਲ 'ਚ।
ਇਹ ਹੈਗੀ ਹੈ ਅਨੁਭਵ ਦੀ ਗੱਲ। ਜਿਵੇਂ ਜਿਵੇਂ ਕਿਸੇ ਦਾ ਹੋਇਆ। ਔਰ ਇਹ ਵੀ ਦੱਸਿਓ ਸਿੰਘ ਸਾਹਿਬ, ਗਿਆਨੀ ਰਣਜੀਤ ਸਿੰਘ ਜੀ, ਉਹ ਵੀ ਉਹ ਟਕਸਾਲੀ ਵਿਦਵਾਨਾਂ ਨੇ ਇਹਦਾ ਅਰਥ ਕੀ ਕਰਿਆ, ਕਿਉਂਕਿ ਇਹਦਾ ਤਾਲੁਕ ਬੰਦੇ ਦੇ ਅਨੁਭਵ ਨਾਲ ਹੈ। ਕਿਸੇ ਦਾ ਕਿਹੋ ਜਿਹਾ ਉਸ ਤਰ੍ਹਾਂ ਹੋਏਗਾ, ਵਿਆਕਰਨ ਇਹਦੇ ਤੇ ਲਾਗੂ ਨਹੀਂ ਹੁੰਦਾ। ਇਹ ਇਸ ਤਰ੍ਹਾਂ ਹੈ, ਜਿੱਥੇ ਗੁਰਬਾਣੀ ਫਰਮਾਉਂਦੀ ਹੈ ਨਾ ਵੀ ਸਭ ਜਗ੍ਹਾ ਵਿਆਕਰਨ ਨਹੀਂ ਲਾਗੂ ਹੁੰਦਾ, ਇਹੀ ਜਿਹੀ ਜਗ੍ਹਾ ਹੈਗੀਆਂ ਵਿੱਚ ਕਿਤੇ ਕਿਤੇ ਜਿੱਥੇ ਨਹੀਂ ਵਿਆਕਰਨ ਦੀ ਕੋਈ ਬਾਤ ਆਉਂਦੀ, ਉੱਥੇ ਤਾਂ ਫਿਰ ਬਹੁਤ ਮੁਸ਼ਕਿਲ ਹੁੰਦਾ ਲੈਣਾ ਕਰਨਾ। ਵਿਆਕਰਨ ਕਰ ਸਕਦਾ, ਬੰਦਾ ਵਿਸ਼ੇਸ਼ ਦਾ ਕਰਨਾ ਬੜਾ ਮੁਸ਼ਕਿਲ ਹੈ। ਉਹ ਵਿਚਾਰਿਓ ਸਾਰੀ ਸੰਗਤ ਵੀ ਇਹ ਗਾਏ ਸ਼ਬਦ ਕਿਤੇ ਜੇ ਹੋਰ ਆਇਆ ਤਾਂ ਜ਼ਰੂਰ ਫਰਮਾਇਓ, ਦੱਸਿਓ। ਤੋ ਭਾਈ ਮਨਜੀਤ ਸਿੰਘ ਜੀ, ਤੁਸੀਂ ਜ਼ਰੂਰ ਹੱਜ ਦੀ ਸਾਰੀ ਪ੍ਰਕਿਰਿਆ ਬਾਰੇ ਦੱਸਿਓ। ਅਸੀਂ ਤਾਂ ਉਹਦੇ ਵਿੱਚ ਅਨਾੜੀ ਹਾਂ, ਸਾਨੂੰ ਤਾਂ ਇੰਨਾ ਹੀ ਪਤਾ ਵੀ ਮੁਸਲਮਾਨ ਹੱਜ ਕਰਨ ਜਾਂਦੇ। ਔਰ ਇੱਕ ਗੱਲ ਮੈਂ ਆਪ ਜੀ ਨਾਲ ਬਿਆਨ ਕਰਾਂ ਸੰਗਤ ਜੀ, ਇਹ ਜਿਹੜੇ BSF ਹੈ ਨਾ, ਇਹਨਾਂ ਦੀ ਡਿਊਟੀ ਲੱਗੀ ਵੀ ਹੁੰਦੀ ਹੈ ਬਾਰਡਰ ਤੇ। ਮੇਰੀ ਮਿਸਿਸ ਨੇ ਦੱਸਿਆ ਮੈਨੂੰ, ਕਹਿੰਦੇ ਵੀ ਅਸੀਂ ਜਦ ਡਿਊਟੀ ਤੇ ਸੀਗੇ, ਮੈਡੀਕਲ ਪ੍ਰੋਫੈਸ਼ਨ ਸੀਗੇ, ਵੀ ਸਾਡੀ ਡਿਊਟੀ ਉੱਧਰ ਲੱਗ ਗਈ। ਮੇਰੇ ਨਾਲ ਦੀ ਇੱਕ ਸਹੇਲੀ ਸੀਗੀ, ਉਹਦਾ ਭਰਾ ਸੀ BSF 'ਚ, ਲਾ ਗਏ ਸੀ 5-7 ਮੀਲ ਤੇ। ਉੱਥੇ ਉਹਨੂੰ ਮਿਲਣ ਚਲੇ ਗਏ ਸੀ। ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਡੰਡੀ ਨੂੰ ਆਇਓ, ਵੀ ਆਲੇ ਦੁਆਲੇ ਨਾ ਪੈਰ ਰੱਖ ਲਿਓ, ਅਸੀਂ ਇਹਦੇ 'ਚ ਉਹ ਦੱਬੇ ਵੇ ਹੁੰਦੇ ਸ਼ਰਰੇ ਬਰੂਦ, ਬਈ ਸੂਰ ਆਉਂਦੇ ਰਾਤ ਨੂੰ, ਉਹ ਖਾਂਦੀ ਸਾਰੇ ਜਾੜਾਂ ਹੇਠ ਜਦੋਂ ਆਉਂਦਾ ਤਾਂ ਉਹ ਫਟ ਕੇ ਮਰ ਜਾਂਦੇ, ਫਿਰ ਅਸੀਂ ਉਹਨਾਂ ਨੂੰ ਖਾਂਦੇ ਹਾਂ। ਵੀ ਸਾਡੇ ਸਾਹਮਣੇ ਬਾਰਡਰ ਤੋਂ ਪਾਰ ਉਹ ਗਾਏਂ ਵੀ ਵੱਢਦੇ, ਅਸੀਂ ਦੇਖਦੇ ਹੁੰਦੇ, ਪਰ ਹੁਣ ਕਰ ਨਹੀਂ ਕੁਛ ਵੀ ਸਕਦੇ। ਸ਼ਾਇਦ ਉਹਨਾਂ ਨੂੰ ਏਕਣ ਵੀ ਲੱਗਦਾ ਹੋਊਗਾ ਵੀ ਇਹ ਸੂਰ ਵੱਢਦੇ, ਉਹਨਾਂ ਨੂੰ ਸੂਰ ਪਵਿੱਤਰ ਹੈ, ਸਾਨੂੰ ਗਾਏਂ ਪਵਿੱਤਰ ਹੈ। ਤੋ ਖਾਂਦੇ ਤਾਂ ਉਹ ਹੈ, ਇਹਦੇ ਤਾਂ ਕੋਈ ਡਾਊਟ ਨਹੀਂ ਹੈ। ਪਰ ਉਹ ਹੱਜ ਦੇ ਟਾਈਮ ਗਾਏਂ ਵੱਢਦੇ ਆ ਜਾਂ ਨਹੀਂ ਵੱਢਦੇ, ਇਹ ਤੁਸੀਂ ਜ਼ਿਆਦਾ ਦੱਸ ਸਕਦੇ। ਆਪ ਦਾ ਥੋੜ੍ਹਾ ਤਜਰਬਾ ਵੀ ਹੋਊਗਾ, ਔਰ ਕਿਸੇ ਹੋਰ ਨੂੰ ਵੀ ਭਾਵੇਂ ਪੁੱਛਿਓ, ਇੱਧਰ ਮੁਸਲਮਾਨ ਮੁਲਕ ਹੈ, ਇਹਦੀ ਹੋਰ ਖੋਜ ਕਰਿਓ। ਫਿਰ ਇਹ ਸ਼ਬਦ ਅਗਰ ਗਾਏ ਇਸ ਤਰ੍ਹਾਂ ਆਉਂਦਾ ਹੈ ਜਗ੍ਹਾ ਖਾਤਰ, ਇਹਦੇ ਅਰਥ ਖੋਲ੍ਹਣ 'ਚ ਹੋਰ ਮਦਦ ਮਿਲ ਜੂਗੀ, ਕਿਉਂਕਿ ਹੱਜ ਦੇ ਨਾਲ ਤਲਕ ਰੱਖ ਰਹੀ ਹੈ ਗੱਲ। ਕਬੀਰ ਹੱਜ ਕਾਬੇ ਹੋਂ ਜਾਏ ਤਾਂ ਅੱਗੇ ਮਿਲਿਆ ਖੁਦਾਏ। ਔਰ ਕਬੀਰ ਹੱਜ ਕਾਬੇ ਹੋਏ ਹੋਏ ਗਿਆ 31 ਵਾਰ ਕਬੀਰ। ਕਬੀਰ ਜੀ ਤਾਂ ਇੱਕ ਵਾਰ ਵੀ ਨਹੀਂ ਗਏ ਹੱਜ ਕਰਨ, ਉਹ ਤਾਂ ਕਹਿ ਰਹੇ ਹੱਜ ਹਮਾਰੀ ਗੋਮਤੀ ਤੀਰ। ਤੋ ਕਿੰਨੀ ਵਾਰ ਉਹ ਕਹਿ ਰਹੇ ਅਸੀਂ ਹੱਜ ਕਰਨ ਗਏ ਹਾਂ, ਇਹ ਗੱਲ ਕੁਛ ਹੋਰ ਤਰ੍ਹਾਂ ਦੀ ਹੈ। ਉਹ ਗੋਮਤੀ ਨੂੰ ਹੀ ਆਪਣਾ ਮੱਕਾ ਸਮਝ ਰਹੇ। ਫਿਰ ਹੁਣ ਇਹਦੇ ਨਾਲ ਅੱਗੇ ਵਿਚਾਰ ਫਿਰ ਹੋਰ ਵੀ ਖੁੱਲੂਗੀ। ਦੇਖਦੇ ਹਾਂ ਸੰਗਤ ਕਿੱਧਰ ਨੂੰ ਤੁਰਦੀ ਹੈ, ਕਿਵੇਂ ਕਿਵੇਂ ਦੀਆਂ ਵਿਚਾਰਾਂ ਦਿਮਾਗਾਂ 'ਚ ਉਤਪੰਨ ਹੁੰਦੀਆਂ ਹਰ ਇੱਕ ਸ਼ਖਸ ਦੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਕਬੀਰ ਜੀ ਦਾ ਸ਼ਲੋਕ ਹੈ, ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾਂ ਜਾਉ, ਪੇਖਤ ਹੀ ਪੁਨੀਤ ਹੋਏ, ਭੇਂਟਤ ਜਪੀਐ ਨਾਉ। ਇਹ ਜਿਹੜਾ ਸੰਤ ਦੇ ਕੋਲ ਜਾਣੇ ਦੀ ਗੱਲ ਹੈ, ਵੀ ਚੱਲਦੇ ਜਾਣਾ ਚਾਹੀਦਾ ਸਾਨੂੰ ਸੰਤ ਦੇ ਮਾਰਗ ਤੇ। ਸੰਤ ਦੇ ਦੇਖਣ ਨਾਲ ਹੀ ਪੁਨੀਤ ਹੋ ਜਾਈਦਾ। ਸੰਤ ਦੀ ਸੰਗਤ ਦੇ ਵਿੱਚ ਜਾਂਦੀ ਸਾਰ ਹੀ ਉਹਦੀ ਜਿਹੜੀ ਆਭਾ ਹੈ ਉਹ ਸਾਡੇ ਉੱਤੇ ਅਸਰ ਪਾਉਂਦੀ ਹੈ, ਤੇ ਵਾਈਬ੍ਰੇਸ਼ਨਾਂ ਦੇ ਨਾਲ ਅਸੀਂ ਪਵਿੱਤਰ ਪੁਨੀਤ ਹੋ ਜਾਂਦੇ। ਲੇਕਿਨ ਜਿਹੜਾ ਭੇਂਟਾ ਹੈ ਉਹ ਤੋਂ ਬਾਅਦ ਫਿਰ ਨਾਉ ਪ੍ਰਾਪਤ ਹੁੰਦਾ। ਜਪਣਾ ਨਾਉ ਦਾ ਉਦੋਂ ਹੁੰਦਾ ਜਦੋਂ ਭੇਂਟਾ ਹੁੰਦੀ ਹੈ। ਦਰਸ਼ਨ ਕਰਨੇ ਇੱਕ ਚੀਜ਼, ਭੇਂਟਾ ਹੋ ਜਾਣੀ ਦੂਜੀ ਚੀਜ਼। ਐਸੇ ਤਰੀਕੇ ਨਾਲ ਜਪ ਦੇ ਵਿੱਚ ਵੀ ਬਾਲੇ ਦਾਸਰੇ ਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਜਪ ਕਰਨਾ, ਜਿਵੇਂ ਕਬੀਰ ਜੀ ਉਹ ਫਰਮਾ ਰਹੇ ਹੈ ਵੀ ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ। ਰਾਮ ਕਹਿਣ ਵਾਲਾ ਮੁਖ ਪਵਿੱਤਰ ਹੈ, ਧਨ ਹੈ। ਪਰ ਇਹ ਇੱਕ ਗੱਲ ਹੈ, ਜਿਵੇਂ ਸੰਤ ਦੇ ਦਰਸ਼ਨ ਹੈ। ਅੱਗੇ ਜਿਹੜੀ ਭੇਂਟਾ ਹੈ ਉਹ ਫਿਰ ਜਦੋਂ ਜਪ ਦੇ ਨਾਲ ਹਉਮੈ ਟੁੱਟ ਕੇ ਸਾਡੀ ਭੇਂਟ ਬਣੂਗੀ, ਸਾਡੇ ਅੰਦਰੋਂ ਪ੍ਰਗਟ ਹੋਊਗਾ ਨਾਮ, ਫਿਰ ਉਸ ਤੋਂ ਬਾਅਦ ਪਰਮਾਤਮਾ, ਉਦੋਂ ਫਿਰ ਪ੍ਰਾਪਤੀ ਹੋਣੀ ਹੈ। ਸੋ ਨਾਮ ਜਪਣਾ ਤਾਂ ਪਵਿੱਤਰ ਹੈ, ਇਹਦੇ 'ਚ ਤਾਂ ਕੋਈ ਡਾਊਟ ਹੈ ਹੀ ਨਹੀਂ। ਪਰ ਉਹ ਜਿਹੜੀਆਂ ਬਾਤਾਂ ਆ ਰਹੀਆਂ ਗੁਰਬਾਣੀ 'ਚ, ਬਈ ਸ਼ੇਸ਼ਨਾਗ ਨੂੰ ਨਹੀਂ ਪ੍ਰਾਪਤੀ ਹੋਈ, ਕਿਸੇ ਦੇਵੀ ਦੇਵਤੇ ਨੂੰ ਨਹੀਂ ਹੋਈ, ਸਗੋਂ ਉਹ ਭਟਕ ਗਏ, ਜਪਦੇ ਉਹ ਵੀ ਰੋਜ਼ ਸੀਗੇ,
ਉਹ ਉੱਥੇ ਗੱਲ ਆਉਂਦੀ ਹੈ ਵੀ ਭੇਂਟਾ ਨਹੀਂ ਹੋਈ। ਭੇਂਟਾ ਤੋਂ ਮੁਰਾਦ ਹੈ ਹਉਮੈ ਟੁੱਟਣੀ, ਉਹ ਨਹੀਂ ਟੁੱਟੀ। ਕਰਦੇ ਤਾਂ ਉਹ ਵੀ ਸਭ ਕੁਝ ਰਹੇ ਹੈ, ਹੁਣ ਵੀ ਦੁਨੀਆਦਾਰ ਕਰਦੇ ਆ। ਸਾਡੇ ਹਿੰਦੂ ਭਰਾ ਮੂਰਤੀਆਂ ਦੇ ਮੂਹਰੇ ਬੈਠ ਕੇ ਵੀ ਤਾਂ ਇਹੀ ਕੁਝ ਕਰਦੇ, ਮੁਸਲਮਾਨ ਭਰਾ ਵੀ ਨਮਾਜ਼ ਪੜ੍ਹਦੇ ਇਕਣੇ ਕਰਦੇ। ਲੇਕਿਨ ਭੇਂਟ ਹੁੰਦੀ ਹੈ ਕਿ ਨਹੀਂ ਹੁੰਦੀ ਹੈ, ਇਹ ਤਾਂ ਬਹੁਤ ਦੁਰਲੱਭ ਚੀਜ਼ ਹੈ। ਉਹਦੀ ਬਾਤ ਉੱਚੀ ਹੈ ਜਿਹੜੀ ਭੇਂਟਾ, ਜਿਹੜੇ ਦਰਸ਼ਨ ਹੋ ਜਾਣੇ ਜਾਂ ਰਸਨਾ ਨਾਲ ਜਾਪ ਕਰਨਾ, ਜਿਹੜਾ ਸਿੰਪਲ ਜਾਪ ਵੀ ਹੈ ਪਵਿੱਤਰ, ਤਾਂ ਉਹ ਵੀ ਕਰਦਾ ਬੰਦੇ, ਪਰ ਉਹਦੇ ਨਾਲ ਭੇਂਟਾ ਨਹੀਂ ਹੁੰਦੀ। ਇਹ ਗੁਰਬਾਣੀ ਦਾ ਅਟਲ ਨਿਸ਼ਚਾ। ਜੇ ਹੁੰਦੀ ਤਾਂ ਹਜ਼ਾਰਾਂ ਯੁੱਗਾਂ ਤੇ ਕਰਦੇ ਹੋਏ ਸ਼ੇਸ਼ਨਾਗ ਦੀ ਤਾਂ ਹੋ ਜਾਣੀ ਚਾਹੀਦੀ ਸੀ ਹੁਣ ਤੇ। ਫਿਰ ਅਸੀਂ ਕਿਵੇਂ ਉਮੀਦ ਕਰੀਏ ਇੱਕ ਜੀਵ ਨਾਲ 20-50 ਸਾਲ ਦੇ ਸਮੇਂ 'ਚ? ਉਹੀ ਗੱਲ ਦੇ ਵਿੱਚ ਵਾਲਾ ਹੈ ਵੀ ਪੇਖਤ ਹੀ ਪੁਨੀਤ ਹੋਏ ਭੇਂਟਤ ਜਪੀਐ ਨਾਉ। ਭੇਂਟਾ ਹੋਰ ਚੀਜ਼ ਹੈ, ਦਰਸ਼ਨ ਕਰਨੇ ਹੋਰ ਚੀਜ਼ ਹੈ, ਜਪਣਾ ਜ਼ਬਾਨ ਦੇ ਨਾਲ ਹੋਰ ਚੀਜ਼ ਹੈ, ਤੇ ਜਪਣੇ ਦੇ ਨਾਲ ਸਿਮਰਨ ਪੈਦਾ ਹੋ ਜਾਣਾ ਜਾਂ ਪ੍ਰਮਾਤਮਾ ਦਾ ਨਾਮ ਪੈਦਾ ਹੋ ਜਾਣਾ, ਇਹ ਅਲੱਗ ਚੀਜ਼ ਹੈ। ਦਾਸਰੇ ਨੂੰ ਇੱਕ ਸਮਝ ਆਈਏ, ਬਾਕੀ ਆਪ ਦੀ ਸੰਗਤ ਜਿਵੇਂ ਵੀ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸੰਗਤ ਜੀਓ, ਗੁਰਬਾਣੀ ਅਨੁਸਾਰ ਜਪ ਕਰਨਾ ਤਾਂ ਕੋਈ ਐਕਸੈਪਸ਼ਨ ਨਹੀਂ ਹੈ, ਇਹ ਤਾਂ ਕਰਨਾ ਹੀ ਪੈਣਾ ਅਗਰ ਪਰਮਾਤਮਾ ਦੇ ਰਸਤੇ ਤੇ ਚੱਲਣਾ। ਪਰ ਇੰਨੀ ਗੱਲ ਜ਼ਰੂਰ ਗੁਰਬਾਣੀ ਵਿੱਚ ਆਈ ਹੋਈ ਹੈ ਬਾਰ-ਬਾਰ, ਬਈ ਜਪ ਕਿਵੇਂ ਕਰਨਾ, ਇਹ ਜ਼ਰੂਰੀ ਹੈ। ਦੇਖੋ, ਮਨਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਧੋਏ। ਹਰ ਹਰ ਤਾਂ ਵਾਹਿਗੁਰੂ ਵਾਹਿਗੁਰੂ ਤਾਂ ਮਨਮੁਖ ਵੀ ਬਹੁਤ ਕਰਦਾ ਹੈ। ਗੁਰਬਾਣੀ ਦਾ ਹੀ ਫਰਮਾਨ, ਮੈਲ ਨਹੀਂ ਧੋ ਹੁੰਦੀ। ਮੈਲ ਕਿਹੜੀ ਹੈ? ਹਉਮੈ ਵਾਲੀ। ਇੱਕ ਹੋਰ ਜਗ੍ਹਾ ਬਚਨ ਆਉਂਦਾ ਹੈ, ਮਨਮੁਖ ਹਰ ਹਰ ਕਰ ਥੱਕੇ, ਨਹੀਂ, ਦੂਜੀ ਜਗ੍ਹਾ ਆਉਂਦਾ, ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਬਿਨਾਂ ਸਤਿਗੁਰੂ ਤੋਂ ਭਗਤੀ ਕਰਨੀ, ਜਿਹੜੀ 1890 ਵਾਲੇ ਭਾਈ ਸਾਹਿਬ ਕਹਿ ਰਹੇ ਫਰਮਾ ਰਹੇ, ਉਹ ਬਿਲਕੁਲ ਠੀਕ ਬਾਤ ਹੈ। ਗੁਰੂ ਨੂੰ ਧਾਰਿਆ ਸ਼ੇਸ਼ਨਾਗ ਨੇ। ਜੇ ਧਾਰੇ ਵੀ ਹੈ ਤਾਂ ਦੁਨਿਆਵੀ ਗੁਰੂ ਹੈ, ਰੂਹਾਨੀ ਨਹੀਂ ਹੈ, ਨੂਰਾਨੀ ਗੁਰੂ ਨਹੀਂ ਸੀ। ਇਸੇ ਕਰਕੇ ਜਪ ਜ਼ਰੂਰ ਕਰਨਾ ਹੈ, ਪਰ ਕਿਵੇਂ ਕਰਨਾ ਹੈ, ਇਹ ਗੱਲ ਦਾ ਖਿਆਲ ਤਾਂ ਗੁਰਬਾਣੀ 'ਚ ਨਾਲ ਦੀ ਨਾਲ ਦਿੱਤਾ ਹੋਇਆ ਹੈ। ਕਹੋ ਨਾਨਕੇ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਭਾਈ ਰਣਜੀਤ ਸਿੰਘ ਜੀ ਦਾ ਇਹ ਬਚਨ ਉਹਨਾਂ ਨੇ ਪੜ੍ਹਿਆ, ਬਿਲਕੁਲ ਠੀਕ ਹੈ, ਕੋਈ ਡਾਊਟ ਨਹੀਂ ਹੈ। ਭਗਤੀ ਕਰਨੀ ਪੈਣੀ ਹੈ, ਪਰ ਭਗਤੀ ਕਿਵੇਂ ਕਰਨੀ ਹੈ? ਜਿਹੜੀਆਂ 9 ਭਗਤੀਆਂ ਹੋਰ ਗਿਣੀਆਂ ਗੁਰਬਾਣੀ 'ਚ, ਉਹ ਪੰਡਤ ਔਰ ਵੇਦ ਨੇ ਪੁਕਾਰੀਆਂ ਹੋਈਆਂ, ਗੁਰੂਆਂ ਨੇ ਨਹੀਂ ਪੁਕਾਰੀਆਂ। ਉਹ ਭਗਤੀ ਨਵੇਂ ਪ੍ਰਕਾਰਾ, ਪੰਡਿਤ ਵੇਦ ਪੁਕਾਰਾ। ਬੜੀਆਂ ਭਗਤੀਆਂ ਦੁਨੀਆ ਦੇ ਵਿੱਚ, ਪਰ ਸਾਡੇ ਵਾਸਤੇ ਸਿਰਫ ਉਹ ਭਗਤੀ ਜਿਹਦੇ ਵਿੱਚ ਮਨ ਬੁੱਧੀ ਨੀਵੇਂ ਹੋ ਕੇ ਗੁਰੂ ਦੇ ਅੱਗੇ ਲੰਬੇ ਪੈਂਦੇ ਆ, ਯਾਨੀ ਸਰੈਂਡਰ ਆਫ ਮਾਈਂਡ ਐਂਡ ਬੁੱਧੀ ਹੈ ਉਹ ਭਗਤੀ। ਸੋ ਜਪਣਾ ਤਾਂ ਨਿਹਾਇਤ ਜ਼ਰੂਰੀ ਹੈ, ਉਹ ਹੈ, ਪਰ ਜਪਣਾ ਕਿਵੇਂ ਹੈ ਇਹ ਵੀ ਉਨਾ ਹੀ ਜ਼ਰੂਰੀ ਹੈ। ਨਹੀਂ ਤਾਂ ਫਿਰ ਏਕੇ ਸ਼ਬਦੀ ਤਾਂ ਇੱਕ ਫਿਰਕਾ ਕਹਿੰਦਾ ਹੀ ਹੈ। ਫਿਰ ਕਬੀਰ ਜੀ ਨੇ ਕਿਉਂ ਕਿਹਾ ਉਹਨਾਂ ਨੂੰ, ਬਈ ਨਾਦੀ ਬੇਦੀ ਸ਼ਬਦੀ ਮੌਨੀ ਜਮ ਕੇ ਪਟੇ ਲਿਖਾਇਆ। ਫਿਰ ਤਾਂ ਉਹ ਵੀ 84 ਦੇ ਵਿੱਚ, ਚਾਹੇ ਇੱਕ ਸ਼ਬਦ ਕਹਿੰਦੇ ਹੋ। ਗੱਲ ਕਹਿਣ ਨਾਲੋਂ ਵੀ ਜ਼ਿਆਦਾ ਕਿਵੇਂ ਕਿਹਾ ਜਾਂਦਾ, ਇਹ ਜ਼ਿਆਦਾ ਮਹੱਤਵਪੂਰਨ ਹੈ, ਇਹ ਵਿਚਾਰਨ ਵਾਲੀ ਬਾਤ ਹੈ। ਦੇਖਿਓ, ਵਿਚਾਰਿਓ, ਹਰ ਗੱਲ ਦਾ ਕੁਛ ਨਾ ਕੁਛ ਅਰਥ ਹੁੰਦਾ ਹੈ। ਗੁਰਬਾਣੀ ਦੇ ਵਿੱਚ ਜਦ ਇੱਕ ਜਗ੍ਹਾ ਇੱਕ ਤੁਕ ਆ ਜਾਂਦੀ ਹੈ, ਉਹਨੂੰ ਸਹੀ ਕਰਨ ਖਾਤਰ ਦੂਜੀ ਜਗ੍ਹਾ ਫਿਰ ਹੋਰ ਤੁਕ ਆਉਂਦੀ ਹੈ। ਜਿਵੇਂ ਜਪਣ ਦੀ ਗੱਲ ਹੈ, ਜਪਣਾ ਜ਼ਰੂਰੀ ਹੈ, ਭਗਤੀ ਜ਼ਰੂਰੀ ਹੈ, ਛੁਟਕਾਰਾ ਹੋ ਹੀ ਨਹੀਂ ਸਕਦਾ ਭਗਤੀ ਬਿਨਾਂ। ਪਰ ਉਹ ਕਿਵੇਂ ਕਰਨੀ ਹੈ ਇਹ ਵੀ ਨਾਲ ਦੱਸੀ ਹੋਈ ਬਾਤ ਹੈ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਿੱਚ ਇੱਕ ਸਵਾਲ ਆਇਆ ਸੀ ਵੀ ਪਹਿਲਾਂ ਹਉਮੈ ਟੁੱਟਦੀ ਹੈ ਜਾਂ ਨਾਮ ਪ੍ਰਗਟ ਹੁੰਦਾ ਹੈ। ਇਹ ਬੜਾ ਕੰਪਲੀਕੇਟਡ ਮਾਮਲਾ ਹੈ, ਕਿਉਂਕਿ ਇੱਕ ਜਗ੍ਹਾ ਨਹੀਂ ਇਹ ਸਾਰਾ ਕੁਛ ਲਿਖਿਆ ਹੋਇਆ। ਜੇ ਆਪਾਂ ਭਾਈ ਨੰਦ ਲਾਲ ਜੀ ਨੂੰ ਪੁੱਛ ਲਈਏ ਤਾਂ ਮੇਰਾ ਖਿਆਲ ਹੈ ਸ਼ਾਇਦ ਹੋਰ ਕਲੀਅਰ ਹੋ ਜਾਏ ਗੱਲ। ਭਾਈ ਨੰਦ ਲਾਲ ਜੀ ਫਰਮਾ ਰਹੇ ਹੈ, ਅਲ ਗਿਲਾਜ਼ਤ ਦਿਲ ਖੁਦਾ ਚੂੰ ਸਾਫ਼ ਕਰਦ,
ਅਲ ਗਿਲਾਜ਼ਤ ਦਿਲ ਖੁਦਾ ਚੋਂ ਸਾਫ਼ ਕਰਦ, ਮੁਰਸ਼ਦੇ ਕਾਮਲ ਬਾਈ ਅਲਤਾਫ ਕਰਦ। ਭਾਵੇਂ ਵੀ ਜਦੋਂ ਖੁਦਾ ਕਿਸੇ ਬੰਦੇ ਦਾ ਦਿਲ ਸਾਫ਼ ਕਰਦਾ ਹੈ, ਇਹ ਇਸ ਗੱਲ ਵਿੱਚ ਵੀ ਫਿਰ ਅੱਗੇ ਗੱਲ ਇਹ ਹੈ ਵੀ ਖੁਦਾ ਕਿਸੇ ਸੰਗਤ ਦੇ ਵਿੱਚ ਬੰਦੇ ਨੂੰ ਭੇਜ ਕੇ ਕਿਸੇ ਮੁਰਸ਼ਦ ਦੇ ਨਾਲ ਜੋੜ ਦਿੰਦਾ ਹੈ। ਮੁਰਸ਼ਦ ਉਹਦੀ ਹਉਮੈ ਮਿਟਾਉਂਦਾ ਹੈ। ਫਿਰ ਉਸ ਤੋਂ ਬਾਅਦ ਮੁਰਸ਼ਦੇ ਕਾਮਲ ਬਾਈ ਅਲਤਾਫ ਕਰਦਾ। ਅਲਤਾਫ ਮੈਨੇ ਜਿਹੜਾ ਨਾਮ ਦੇਣਾ, ਅੰਦਰ ਕਿਰਪਾ ਕਰਨੀ। ਫਿਰ ਮੁਰਸ਼ਦੇ ਕਾਮਲ ਉਹਦੇ ਵਿੱਚ ਬਾਅਦ ਵਿੱਚ ਫਿਰ ਨਾਮ ਪ੍ਰਗਟ ਕਰਾਉਂਦਾ ਹੈ। ਸੋ ਇਸ ਤੋਂ ਵੀ ਸ਼ਾਇਦ ਕੁਛ ਨਾ ਕੁਛ ਸਾਨੂੰ ਆਪਾਂ ਨੂੰ ਪ੍ਰੇਰਨਾ ਮਿਲ ਜਾਏ ਵੀ ਪਹਿਲਾਂ ਰੱਬ ਦਾ ਰੋਲ ਹੈ। ਰੱਬ ਕਿਸੇ ਕਾਮਲ ਮੁਰਸ਼ਦ ਨੂੰ ਮਿਲਾਉਂਦਾ, ਬੰਦੇ ਨੂੰ ਸੰਗਤ ਵਿੱਚ ਭੇਜਦਾ। ਜਦੋਂ ਮੈਂ ਟੁੱਟ ਗਈ ਫਿਰ ਮੁਰਸ਼ਦ ਦੇ ਨਾਲ ਮਿਲਾਪ ਹੁੰਦਾ ਹੈ, ਤੇ ਮੁਰਸ਼ਦ ਦੇ ਮਿਲਾਪ ਹੋਣ ਜਿਹਨੂੰ ਭੇਂਟਾ ਕਹਿੰਦੇ, ਉਸ ਤੋਂ ਬਾਅਦ ਫਿਰ ਉਹ ਨਾਮ ਦੀ ਬਰਕਤ ਕਰਦਾ ਹੈ, ਅਲਤਾਫ ਜਿਹਨੂੰ ਕਹਿੰਦੇ। ਸੋ ਇਹ ਹੈ ਤਾਂ ਵੈਸੇ ਇਕੱਠੀਆਂ ਹੀ ਗੱਲਾਂ, ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸਿਆ ਇੱਕ ਠਾਂ। ਜਿੰਨਾ ਚਿਰ ਮਨ 'ਚ ਹਉਮੈ ਨਾਮ ਨਹੀਂ ਆਉਣਾ, ਹਉਮੈ ਨਿਕਲੂਗੀ ਤਾਂ ਹੀ ਨਾਮ ਨੇ ਟਿਕਣਾ ਹੈ। ਤਾਂ ਨਾਮ ਪਹਿਲਾਂ ਨਹੀਂ ਹੈ। ਹਾਲਾਂਕਿ ਨਾਮ ਦਾ ਵਾਸਾ ਅੰਦਰ ਸਭ 'ਚ ਹੈਗਾ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਅੰਦਰ ਹੈਗਾ ਅੰਮ੍ਰਿਤ ਦਾ ਕੁੰਡ ਖੂਹ, ਪਰ ਹਉਮੈ ਕਰਕੇ ਢਕਿਆ ਹੋਇਆ। ਜਦ ਮੁਰਸ਼ਦੇ ਕਾਮਲ ਸਾਡੀ ਹਉਮੈ ਤੋੜ ਕੇ ਆਪਣੇ ਨਾਲ ਮਿਲਾਊਗਾ, ਫਿਰ ਨਾਮ ਦੀ ਬਰਕਤ ਦਊਗਾ, ਸਾਨੂੰ ਬਖਸ਼ਿਸ਼ ਕਰੂਗਾ। ਉਸ ਤੋਂ ਬਾਅਦ ਫਿਰ ਇਹ ਸਾਰਾ ਪ੍ਰੋਸੈਸ ਚੱਲਣਾ, ਤਾਂ ਚੌਥੇ ਪਦ 'ਚ ਪ੍ਰਵੇਸ਼ ਹੋਣਾ। ਨਹੀਂ ਤਾਂ ਬਹੁਤ ਮੁਸ਼ਕਿਲ, ਆਪਣੇ ਆਪ ਤੋਂ ਨਹੀਂ ਹੋ ਸਕਦਾ। ਨਾਮ ਹੈ ਸਭ ਦੇ ਅੰਦਰ ਹੈ, ਕੋਈ ਡਾਊਟ ਨਹੀਂ ਹੈ, ਪਰ ਪ੍ਰਗਟ ਨਹੀਂ ਹੈ। ਪ੍ਰਗਟ ਹਉਮੈ ਦਾ ਜਿਹੜਾ ਪਰਦਾ ਉਹ ਤੋੜ ਕੇ, ਕੂੜ ਦੀ ਜਿਹੜੀ ਪਾਲ ਹੈ ਉਹਨੂੰ ਤੋੜ ਕੇ ਗੁਰੂ ਸਾਨੂੰ ਆਪਣੇ ਨਾਲ ਮਿਲਾਊਗਾ, ਫਿਰ ਬਰਕਤਾਂ ਦਊਗਾ, ਫਿਰ ਬਖਸ਼ਿਸ਼ ਕਰੂਗਾ। ਦੱਸ ਰਹੇ ਹੁਣ ਤਾਂ ਇੱਕ ਸਮਝ ਆਈ ਹੈ। ਬਾਕੀ ਖਿਆਲ ਆਪਣਾ ਆਪਣਾ, ਬੁੱਧ ਆਪਣੀ ਆਪਣੀ, ਵਾਹਿਗੁਰੂ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਡਾਕਟਰ ਜਸਪਾਲ ਵੀਰ ਸਿੰਘ ਜੀ ਨੇ ਚਮਕੌਰ ਦੇ ਜੰਗ ਦਾ ਨਕਸ਼ਾ ਖਿੱਚ ਕੇ ਰੱਖ ਦਿੱਤਾ ਅੱਲਾ ਯਾਰ ਖਾਂ ਦੇ ਹਵਾਲੇ ਨਾਲ। ਐਂ ਲੱਗਦਾ ਹੈ ਵੀ ਜਾਣੀ ਅੱਲਾ ਯਾਰ ਖਾਂ ਗੈਰ ਸਿੱਖ ਹੁੰਦੇ ਹੋਏ ਵੀ ਇੰਨੀ ਸ਼ਰਧਾ ਨਾਲ ਭਰਿਆ ਹੋਇਆ ਵੀ ਜਾਣੀ ਉਹ ਗੁਰੂ ਸਾਹਿਬ ਦੇ ਨਾਲ ਨਾਲ ਰਿਹਾ। ਉਹਨਾਂ ਦੇ ਬਚਨਾਂ ਤੋਂ ਇੱਕਣ ਪ੍ਰਗਟ ਹੋ ਰਹੀ ਹੈ ਗੱਲ। ਕਮਾਲ ਹੈ, ਕਮਾਲ ਹੈ, ਕੋਈ ਸ਼ਬਦ ਹੀ ਨਹੀਂ ਹੈ। ਇੰਨੀ ਸ਼ਰਧਾ ਸਾਡੇ ਸਿੱਖਾਂ 'ਚ ਨਹੀਂ ਹੈ ਜਿੰਨੀ ਅੱਲਾ ਯਾਰ ਖਾਂ ਜੋਗੀ ਦੇ ਵਿੱਚ। ਇੱਕ ਜਗ੍ਹਾ ਉਹ ਲਿਖਦੇ ਗੜੀ ਦਾ ਰਾਤ ਦਾ ਹਾਲ, ਜੰਗ ਤੋਂ ਪਹਿਲਾ ਦਿਨ ਜਿੱਦਣ ਉਸ ਤੇ ਪਹੁੰਚੇ ਹੈ। ਸ਼ਾਇਦ ਇਹ ਵੀ ਸਲਿੱਪ ਆਫ ਟੰਗ ਹੈ ਵੀ ਉਹ ਰੋਪੜ ਰਹੇ ਹੈ। ਨਹੀਂ ਸਾਧ ਸੰਗਤ ਜੀ, ਰਾਤ ਨੂੰ ਰੋਪੜ ਨਹੀਂ ਰਹੇ। ਉਸ ਰਾਤ ਨੂੰ ਉਹ ਰੋਪੜ ਦੇ ਰਸਤੇ ਭੁੱਠੇ ਸਾਹਿਬ ਨੂੰ ਹੁੰਦੇ ਹੋਏ, ਨਿਹੰਗ ਖਾਂ ਦੇ ਕਿਲੇ 'ਚ ਨੂੰ ਹੁੰਦੇ ਹੋਏ, ਬਾਹਮਣ ਮਾਜਰੇ ਨੂੰ ਹੋ ਕੇ ਚਮਕੌਰ ਸਾਹਿਬ ਆ ਗਏ ਸ਼ਾਮ ਨੂੰ। ਉੱਥੇ ਫਿਰ ਇੱਕ ਲਾਗ ਬਾਗ ਸੀਗਾ, ਹੁਣ ਵੀ ਹੈਗਾ ਉਹਦਾ, ਉੱਥੇ ਨਮੂਨਾ ਖੂਹ ਵੀ ਲੱਗਿਆ, ਉੱਥੇ ਰਹੇ। ਫਿਰ ਸੁਨੇਹਾ ਭੇਜਿਆ ਅੰਦਰ, ਫਿਰ ਉਹ ਅੰਦਰਲੀ ਗੜੀ ਵਿੱਚ ਗਏ। ਫਿਰ ਉੱਥੇ ਰਾਤ ਦਾ ਜਿਹੜਾ ਨਕਸ਼ਾ ਹੈ ਉਹ ਅੱਲਾ ਯਾਰ ਖਾਂ ਨੇ ਬਹੁਤ ਵਧੀਆ ਖਿੱਚਿਆ ਹੋਇਆ। ਫਿਰ ਸਵੇਰੇ ਜੰਗ ਹੋਈ ਹੈ। ਚਲੋ ਉੱਥੇ ਜਿਹੜਾ ਰਾਤ ਨੂੰ ਜੋ ਕੁਛ ਹੋਇਆ ਉਹਦੇ ਬਾਰੇ 'ਚ ਅੱਲਾ ਯਾਰ ਖਾਂ ਜੋਗੀ ਐਂ ਲੱਗਦਾ ਵੀ ਜਾਣੀ ਉੱਥੇ ਨਾਲ ਹੀ ਸੀ, ਕਿਤੇ ਖੜਾ ਦੇਖ ਰਿਹਾ ਸੀ ਸਾਰਾ ਕੁਛ। ਉਹ ਲਿਖਦਾ ਹੈ, ਸਾਫੇ ਕਵੀ ਸਿੰਘੋਂ ਕੇ ਉਠਾਤੇ ਸੇ ਜਮੀ ਸੇ। ਰਾਤ ਨੂੰ ਭੁੱਖਣ ਭਾਣੇ ਸੋਏ ਹੋਏ, ਕਿਸੇ ਦਾ ਕੇਸ ਸਾਫਾ ਉਲਟ ਉਤਰ ਗਿਆ, ਕੇਸ ਖੁੱਲੇ, ਉਹਨਾਂ ਨੂੰ ਇਕੱਠੇ ਕਰਿਆ। ਕੇਸਾਂ ਦੀ ਇੰਨੀ ਮਹਾਨਤਾ ਅੱਲਾ ਯਾਰ ਖਾਂ ਜੋਗੀ ਨੇ ਦਰਸਾਈ। ਚੂਮਾ ਕਵੀ ਹਲਕੂਮ ਦਹਿਨ ਚੂਮਨੇ ਬੈਠੇ। ਕਦੀ ਹਲਕੂਮ ਕਹਿੰਦੇ ਘੰਡੀ ਨੂੰ, ਕਿਸੇ ਦੀ ਘੰਡੀ ਨੂੰ ਚੁੰਮਿਆ, ਕਿਸੇ ਦੇ ਚਿਹਰੇ ਨੂੰ ਚੁੰਮਿਆ ਵੀ ਇਹਨਾਂ ਨੇ ਕੱਲ ਨੂੰ ਸਾਤੋਂ ਵਿਛੜ ਜਾਣਾ, ਜੰਗ ਕਰਨੀ ਹੈ, ਅੱਜ ਦਾ ਹੀ ਰਾਤ ਮੇਰੇ ਕੋਲ ਹੈ। ਚੂਮਾ ਕਵੀ ਹਲਕੂਮ ਦਹਿਨ ਚੂਮਨੇ ਬੈਠੇ, ਜਬ ਪਾਇੰਤੀ ਆਏ ਚਰਨ ਚੂਮਨੇ ਬੈਠੇ। ਇਹ ਹੈ ਗੱਲ ਜਿਹੜੀ ਅੱਲਾ ਯਾਰ ਖਾਂ ਜੋਗੀ ਤੋਂ ਲੱਗਦਾ ਵੀ ਉਹ ਕੋਲੇ ਬੈਠਾ ਹੋਣਾ, ਕਲਪਨਾ ਹੈ ਉਹਦੀ। ਕਹਿੰਦੇ ਜਦੋਂ ਪਾਇੰਤੀ, ਪੈਂਦ ਨੂੰ ਕਹਿੰਦੇ ਫਾਰਸੀ, ਜਦੋਂ ਪੈਂਦ ਕੰਨੀ ਆਏ, ਪੈਰਾਂ ਕੰਨੀ ਆਏ ਤਾਂ ਚਰਨ ਚੂਮਨੇ ਬੈਠੇ। ਇੱਕ ਗੁਰੂ ਸੇਵਕਾਂ ਦੇ ਚਰਨ ਚੁੰਮ ਰਿਹਾ। ਸਾਰੇ ਹਿੰਦੁਸਤਾਨ ਦੇ ਗੁਰੂ ਚੇਲੇ ਚੇਲੇ, ਕਿਸੇ ਗੁਰੂ ਨੇ ਚਰਨ ਨਹੀਂ ਪਕੜੇ। ਇਹ ਸਿੱਖ ਹਿਸਟਰੀ ਵਿੱਚ ਹੀ ਐਸਾ ਹੋਇਆ ਵੀ ਗੁਰੂ ਨੇ ਜਦੋਂ ਗੁਰਿਆਈ ਦਿੱਤੀ ਹੈ ਤਾਂ ਵੀ ਚਰਨ ਪਕੜੇ। ਗੁਰਿਆਈ ਅੱਗੇ ਨਾਰੀਅਲ ਰੱਖ ਕੇ, 5 ਪੈਸੇ ਰੱਖ ਕੇ,
ਤੇ ਜਦੋਂ ਚਮਕੌਰ ਸਾਹਿਬ ਦੀ ਗੜੀ ਦਾ ਵਾਕਾ ਉਹ ਕਰ ਰਿਹਾ ਹੈ ਬਿਆਨ, ਅੱਲਾ ਯਾਰ ਖਾਂ ਜੋਗੀ, ਬਈ ਐਂ ਲੱਗਦਾ ਵੀ ਜਾਣੀ ਉਹ ਕੋਲ ਖੜਾ ਸੀਗਾ। ਇਹੋ ਜਿਹੇ ਵਿਵਰਣ ਬਿਲਕੁਲ ਹੂ ਬ ਹੂ ਕਰ ਦੇਣਾ ਬੜਾ ਮੁਸ਼ਕਲ ਹੈ। ਸਾਨੂੰ ਸਿੱਖਾਂ ਨੂੰ ਵੀ ਨਹੀਂ ਇੰਨੀ ਅੰਦਰ ਤੋਂ ਸ਼ਰਧਾ ਜਿੰਨੀ ਅੱਲਾ ਯਾਰ ਖਾਂ ਜੋਗੀ ਦੇ ਅੰਦਰ ਪ੍ਰਗਟ ਹੋਈ ਹੋਈ ਹੈ। ਕਮਾਲ ਹੈ, ਕਮਾਲ ਹੈ, ਬਸ ਇਹੀ ਕਿਹਾ ਜਾ ਸਕਦਾ, ਹੋਰ ਕੁਝ ਸ਼ਬਦ ਨਹੀਂ ਕਹੇ। ਔਰ ਅੱਲਾ ਯਾਰ ਖਾਂ ਜੋਗੀ ਦਾ ਸਾਧ ਸੰਗਤ ਜੀ ਉਹ ਥੋੜਾ ਜਿਹਾ ਇਤਿਹਾਸ ਵੀ ਜਾਣੀਏ। ਉਹ ਮੁਸਲਮਾਨ ਸੀਗਾ, ਉਹਦੇ ਕੋਲ 2-3 ਖਿਤਾਬ ਵੀ ਸੀ ਮੁਸਲਮਾਨਾਂ ਤੋਂ ਮਿਲੇ। ਯੋਗੀ ਵੀ ਉਹਦਾ ਖਿਤਾਬ ਹੈ, ਜੋਗੀ ਜਿਹਨੂੰ ਕਹਿੰਦੇ। ਉਹਨੇ ਉਹ ਜਿਹੜੀਆਂ 2 ਨਜ਼ਮਾਂ ਲਿਖੀਆਂ ਛੋਟੇ ਸਾਹਿਬਜ਼ਾਦਿਆਂ ਦੀ ਔਰ ਬੜੇ ਸਾਹਿਬਜ਼ਾਦਿਆਂ ਦੀ, ਛੋਟੇ ਜਿਹੇ ਪੈਂਫਲੇਟ ਦੇ ਰੂਪ 'ਚ, ਉਹ ਲਿਖਣ ਤੋਂ ਬਾਅਦ ਮੁਸਲਮਾਨ ਜਗਤ ਵਿੱਚ ਹੱਲਾ ਗੁੱਲਾ ਹੋਇਆ ਬਹੁਤ। ਉਸ ਹੱਲੇ ਗੁੱਲੇ ਵਿੱਚ ਉਹਦੀ ਪੇਸ਼ੀ ਹੋਈ ਅੱਲਾ ਯਾਰ ਖਾਂ ਜੋਗੀ ਦੀ। ਉਹਨੂੰ ਕਿਹਾ ਗਿਆ ਵੀ ਤੂੰ ਸ਼ਰਅ ਦੇ ਬਰਖਲਾਫ ਚੱਲਿਆ, ਤੈਂ ਕਿਸੇ ਗੈਰ ਮੁਸਲਿਮ ਦੀ ਇੰਨੀ ਉਸਤਤੀ ਕਰੀ ਹੈ ਜਿਹਦੇ ਨਾਲ ਟੱਕਰ ਰਹੀ ਹੈ ਇਸਲਾਮ ਦੀ। ਭਾਵੇਂ ਇਸਲਾਮ ਦੀ ਟੱਕਰ ਨਹੀਂ ਸੀਗੀ, ਪਰ ਉਹ ਸਮਝਦੇ ਸੀਗੇ ਟੱਕਰ ਰਾਜੇ ਨਾਲ ਸੀਗੀ, ਜ਼ੁਲਮੀ ਨਾਲ। ਇਸਲਾਮ ਨਾਲ ਕੋਈ ਟੱਕਰ ਨਹੀਂ ਸੀ। ਗੁਰੂ ਸਾਹਿਬ ਦੇ ਸ਼ਰਧਾਲੂ ਤਾਂ ਮੁਸਲਮਾਨ ਵੀ ਰਹੇ, ਜਿਵੇਂ ਭਾਈ ਗਨੀ ਖਾਂ, ਭਾਈ ਮਨੀ ਖਾਂ, ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਗੁਰੂ ਸਾਹਿਬ ਦਾ ਪਲੰਘਾ ਬਾਹਰ ਉੱਥੋਂ ਕਢਾਇਆ ਉਹਨਾਂ ਨੇ। ਫਿਰ ਪੀਰ ਬੁੱਧੂ ਸ਼ਾਹ, ਆਪਣੇ ਨੇੜੇ ਦੇ ਪੁੱਤਰ ਭਰਾ ਸ਼ਹੀਦ ਕਰਾਉਣ ਵਾਲਾ। ਤੋ ਇਹ ਇਸਲਾਮ ਦੇ ਬਰਖਲਾਫ ਨਹੀਂ ਸੀ ਉਹਨਾਂ ਦਾ। ਇਹ ਸਮਝਣ ਦੀ ਗੱਲ ਹੁੰਦੀ ਹੈ। ਕਈ ਲੋਕ ਇਹਨੂੰ ਰੰਗਤ ਗਲਤ ਦਿੰਦੇ, ਜਿਵੇਂ ਕਈ ਹਿੰਦੂ ਭਰਾ ਵੀ ਰੰਗਤ ਗਲਤ ਦਿੰਦੇ ਵੀ ਮੁਸਲਮਾਨ ਦਾ ਇਤਬਾਰ ਨਾ ਕਰਿਓ, ਕਿਉਂਕਿ ਜਿੰਨੇ ਤੇਲ ਲਵੇੜ ਕੇ ਨਾ, ਤੇਲ ਨਾਲ ਹੱਥ ਜੇ ਤਿਲਾਂ 'ਚ ਪਾ ਦਈਏ, ਜਿੰਨੇ ਤਿਲ ਹੋਣਗੇ ਇੰਨੇ ਔਗਣ ਮੁਸਲਮਾਨਾਂ 'ਚ। ਇਸ ਤਰ੍ਹਾਂ ਦੀ ਗੱਲ ਉਹ ਪਾਉਂਦੇ, ਬਿਲਕੁਲ ਬਾਈ ਹੱਥ ਗੱਲ ਹੈ ਇਸ ਤਰ੍ਹਾਂ ਦੀ। ਕੋਈ ਜਾਤ ਕਰਕੇ ਜਾਂ ਧਰਮ ਕਰਕੇ ਮਾੜਾ ਨਹੀਂ ਹੁੰਦਾ, ਕਿਸੇ ਧਰਮ ਵਿੱਚ ਚੰਗੇ ਵੀ ਹੁੰਦੇ, ਮਾੜੇ ਵੀ ਹੁੰਦੇ। ਤੋ ਇਸਲਾਮ ਦੇ ਵਿੱਚ ਐਸੇ ਮਹਾਪੁਰਸ਼ ਵੀ ਹੈ ਜਿਨ੍ਹਾਂ ਨੇ ਚੜ੍ਹਦੇ ਨੂੰ ਨਮਾਜ਼ ਕਰੀ ਉਸ ਦਿਨ। ਔਰ ਚੜ੍ਹਦੇ ਨੂੰ ਨਮਾਜ਼ ਕਰਨ ਦਾ ਮਤਲਬ ਸੀ ਵੀ ਅੱਜ ਸਤਿਗੁਰੂ ਪਟਨੇ ਦੇ ਵਿੱਚ ਅਵਤਾਰ ਧਾਰ ਗਿਆ, ਉੱਥੇ ਉਹਨਾਂ ਦਾ ਪ੍ਰਕਾਸ਼ ਹੋ ਗਿਆ। ਤੋ ਇਹ ਮੁਸਲਮਾਨ ਹੈ, ਸਾਨੂੰ ਰੰਗਤ ਹੋਰ ਦਿੰਦੇ। ਕਈ ਮੁਸਲਮਾਨ ਵੀ ਜਿਹੜੇ ਤਸਵੀ ਹੈ ਉਹ ਰੰਗਤ ਦਿੰਦੇ ਆ ਵੀ ਜਿਹੜਾ ਸਿੱਖ ਧਰਮ ਹੈ ਇਹ ਮੁਸਲਮਾਨਾਂ ਦੇ ਬਰਖਲਾਫ ਹੈ। ਜਿਵੇਂ 47 ਦੇ ਹੱਲਿਆਂ ਤੋਂ ਬਾਅਦ ਜਦੋਂ ਕਟਾ ਵੱਢੀ ਹੋਈ, ਦੇਸ਼ ਆਜ਼ਾਦ ਹੋਇਆ, ਉੱਧਰ ਸਿੱਖ ਵੱਢੇ ਗਏ, ਹਿੰਦੂ ਵੱਢੇ ਗਏ ਤੇ ਇੱਧਰ ਮੁਸਲਮਾਨ ਵੱਢੇ ਗਏ। ਇਹ ਲੀਡਰਾਂ ਦੀਆਂ ਚਾਲਾਂ ਸੀਗੀਆਂ। ਤੋ ਉਹਦੇ ਵਿੱਚ ਫਿਰ ਸਾਊਦੀ ਅਰਬ ਨੇ, ਜਿਹਦੇ ਨਾਂ ਨਾਲ ਸਿੰਘ ਲੱਗਦਾ ਸੀ ਭਾਰਤ ਵਿੱਚ, ਉਹਨੂੰ ਉੱਥੇ ਆਉਣ ਤੋਂ ਮਨਾ ਕਰਿਆ ਰੱਖਿਆ ਕਈ ਸਾਲ, 15-20 ਸਾਲ। ਉਹਦੇ ਦਿਮਾਗ 'ਚ ਵੀ ਇਹੀ ਗੱਲ ਪਾਈ ਗਈ ਵੀ ਸਿੱਖਾਂ ਨੇ ਮੁਸਲਮਾਨ ਵੱਢੇ। ਉਹ ਹਾਲਾਤ ਦੀ ਮਜਬੂਰੀ ਸੀ ਦਬੱਲੇ ਤੋਂ। ਲੀਡਰ ਕਰਾਉਂਦੇ ਹੁੰਦੇ ਇਹਨਾਂ ਗੱਲਾਂ ਨੂੰ। ਵੈਸੇ ਸਾਡਾ ਜਿਹੜਾ ਇਤਿਹਾਸ ਹੈ, ਸਾਡਾ ਜਿਹੜਾ ਗੁਰਬਾਣੀ ਹੈ, ਇਹ ਤਾਂ ਬਿਲਕੁਲ ਹੀ ਨਹੀਂ ਕਿਸੇ ਐਂ ਥੋੜ੍ਹਾ ਕਹਿੰਦੀ ਹੈ ਵੀ ਹਿੰਦੂ ਕਰਕੇ ਕਿਸੇ ਨੂੰ ਜਾਂ ਮੁਸਲਮਾਨ ਕਰਕੇ ਬੁਰਾ ਸਮਝਣਾ। ਨੋ ਨੋ, ਸਿੱਖ ਦਾ ਥਾਟ ਬਹੁਤ ਖੁੱਲ੍ਹਾ ਹੋਣਾ ਚਾਹੀਦਾ ਗੁਰਬਾਣੀ ਮੁਤਾਬਕ। ਬੰਦਾ ਗੁਣਾ ਕਰਕੇ ਚੰਗਾ ਬੰਦਾ ਹੋ ਸਕਦਾ, ਔਗਣਾ ਕਰਕੇ, ਜਾਤ ਕਰਕੇ ਜਾਂ ਧਰਮ ਕਰਕੇ ਨਹੀਂ ਹੋ ਸਕਦਾ ਕਦੇ। ਤੋ ਫਿਰ ਉਹ ਪੇਸ਼ੀ ਹੋਈ ਅੱਲਾ ਯਾਰ ਖਾਂ ਜੋਗੀ ਦੀ। ਜਦੋਂ ਪੇਸ਼ੀ ਹੋਈ, ਉਹਨੂੰ ਕਿਹਾ ਗਿਆ ਵੀ ਤੂੰ ਮਾਫੀ ਮੰਗ ਇਸ ਗੱਲ ਦੀ। ਉਹ ਕਹਿੰਦਾ ਮੈਂ ਮਾਫੀ ਕਾਹਦੀ ਮੰਗਣੀ, ਜੇ ਮੈਂ ਕਈ ਜਨਮ ਵੀ ਮੁੜ ਕੇ ਮੇਰਾ ਜਨਮ ਹੋਵੇ ਤਾਂ ਮੈਂ ਦਸ਼ਮੇਸ਼ ਦੇ ਨੂੰ ਹੀ ਬੜਾ ਕਰੂੰਗਾ, ਕਿਉਂਕਿ ਉਹਨਾਂ ਦਾ ਕੋਈ ਲਾਸਾਨੀ ਉਹ ਨਹੀਂ ਹੈ। ਜਿੰਨੀਆਂ ਵੀ ਉਹਨਾਂ ਦੇ ਮੈਂ ਲੱਛਣ ਬਿਆਨ ਕਰ ਸਕਾਂ ਉਹ ਕਮ ਸੇ ਘੱਟੋ ਘੱਟ ਹੈ। ਮੈਂ ਉਹਨਾਂ ਦੀ ਕੋਈ ਸਿਫਤ ਨਹੀਂ ਕਰ ਸਕਦਾ। ਜੇ ਜ਼ਮਾਨਾ ਇਸ ਗੱਲ ਦਾ ਇਨਸਾਫ ਕਰੇ ਤਾਂ ਗੋਬਿੰਦ ਦਾ ਕੋਈ ਸਾਨੀ ਉਹ ਨਹੀਂ ਹੈ। 7 ਦਿਨਾਂ ਦੇ ਅੰਦਰ ਸਾਰਾ ਪਰਿਵਾਰ ਵਾਰ ਦਿੱਤਾ ਕੌਮ ਦੇ ਉੱਤੇ, ਦੀਨ ਦੇ ਉੱਪਰ। ਕੋਈ ਹੈ ਰਹਿਬਰ ਜਿਹੜਾ ਦੁਨੀਆ ਦੇ ਵਿੱਚ ਐਸਾ ਹੋਵੇ? ਨਹੀਂ ਹੈ, ਔਰ ਸ਼ਾਇਦ ਹੋਵੇ ਵੀ ਨਾ। ਬਹੁਤ ਮੁਸ਼ਕਲ ਹੈ ਇਹ ਕੰਮ ਕਰਨਾ, ਇਹ ਗੁਰੂ ਹੀ ਕਰ ਸਕਦਾ। ਅੱਜ ਕੱਲ੍ਹ ਦੇ ਨਕਲੀ ਗੁਰੂ ਡੇਰੇ ਬਣਾਈ ਬੈਠੇ ਹੈ, ਲੱਖਾਂ ਦੀ ਚੇਲੇਦਾਰੀ ਹੈ। ਇੱਕ ਚੀਚੀ ਰੱਖ ਕੇ ਦਿਖਾਉਣ ਮੋਮਬੱਤੀ ਦੇ ਉੱਪਰ। ਜਿਹੜਾ ਗੁਰੂ ਹੈ ਉਹ ਆਪਣਾ ਸਰੀਰ ਵੀ ਫਲੂਹਿਆਂ ਨਾਲ ਭਰਾ ਲਿਆ ਤਵੀ ਦੇ ਉੱਪਰ ਬੈਠ ਕੇ। ਇੱਕ ਸੀ ਤੱਕ ਨਹੀਂ ਕਰੀ ਤੇਰਾ ਕੀਆ ਮਿੱਠਾ ਲਾਗੇ ਹੀ ਕਹੀ ਗਏ। ਉਹ ਕਹਾਉਣਾ ਤਾਂ ਗੁਰੂ ਬੜਾ ਸੌਖਾ ਹੈ, ਬਣਨਾ ਗੁਰੂ ਬਹੁਤ ਮੁਸ਼ਕਲ ਹੈ। ਕੌਣ ਸਮਝਾਵੇ ਇਹਨਾਂ ਨਾਦਾਨਾਂ ਨੂੰ ਵੀ ਗੁਰਿਆਈ ਤਾਂ ਕੋਈ ਹੋਰ ਚੀਜ਼ ਹੈ, ਤੁਸੀਂ ਕਾਹਤੇ ਨਕਲ ਲੱਗੇ ਹੋਏ ਕਰਨ। ਅਸਲ ਦੀ ਨਕਲ ਬਣਾ ਲਈ ਅਸੀਂ ਗੁਰੂਆਂ। ਦੱਸੋ ਕਾਹਦੇ ਗੁਰੂ ਹੈ ਬਈ? ਗੁਰੂ ਵਾਲਾ ਕੋਈ ਕਾਰਨਾਮਾ ਤਾਂ ਕਰਕੇ ਦਿਖਾਓ।
ਤੋ ਚਲੋ ਉਹ ਫਿਰ ਅੱਲਾ ਯਾਰ ਖਾਂ ਜੋਗੀ ਦੇ ਇਸ ਤਰ੍ਹਾਂ ਕਹਿਣ ਤੋਂ ਬਾਅਦ ਫਿਰ ਉਹਦਾ ਬਾਈਕਾਟ ਹੋਇਆ ਮੁਹੰਮਡਨ ਸੁਸਾਇਟੀ ਵੱਲੋਂ। ਲਾਹੌਰ 'ਚ ਰਹਿੰਦਾ ਸੀ ਉਹ ਬਾਈਕਾਟ ਉਸ ਤਰ੍ਹਾਂ ਹੀ ਚੱਲਿਆ ਉਹਦਾ। ਜਦ ਫਿਰ ਬਿਲਕੁਲ ਬਿਰਧ ਹੋ ਗਏ, ਐਂ ਲੱਗਦਾ ਸੀ ਵੀ ਹੁਣ ਸ਼ਾਇਦ ਬਹੁਤਾ ਚਿਰ ਨਾ ਸਵਾਸ ਰਹਿਣ ਉਹਨਾਂ ਦੇ। ਇੱਕ ਵਾਰ ਮੁਸਲਿਮ ਫਰੇਟਰਨਿਟੀ ਨੇ, ਭਾਈਚਾਰੇ ਨੇ ਦੁਬਾਰੇ ਫੇਰ ਸੁਨੇਹਾ ਭੇਜਿਆ ਵੀ ਤੁਹਾਨੂੰ ਅਜੇ ਵੀ ਮਾਫ਼ ਕਰ ਦਿੰਦੇ ਜੇ ਤੁਸੀਂ ਹੁਣ ਵੀ ਆਪਣੀ ਗਲਤੀ ਮੰਨ ਲਓ। ਤਾਂ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਵੀ ਮੈਂ 100 ਵਾਰੀ ਕੁਰਬਾਨ ਕਰ ਦੂੰ ਦਸ਼ਮੇਸ਼ ਜੀ ਦੇ ਉੱਪਰ, ਜੇ ਮੇਰਾ 100 ਜਨਮ ਵੀ ਹੋਵੇ ਮੈਂ ਉਹ ਵੀ ਕੁਰਬਾਨ ਕਰ ਦੂੰ। ਮੈਂ ਗਲਤੀ ਨਹੀਂ ਕਰੀ, ਮੈਂ ਬਿਲਕੁਲ ਸੱਚ ਕਿਹਾ। ਉਸ ਤੋਂ ਬਾਅਦ ਉਹ ਚੜ੍ਹਾਈ ਕਰ ਗਈ। ਐਸੀਆਂ ਰੂਹਾਂ, ਬਸ ਕਮਾਲ ਤੋਂ ਬਿਨਾਂ ਹੋਰ ਕੋਈ ਸ਼ਬਦ ਹੀ ਨਹੀਂ ਹੈ ਉਹਨਾਂ ਨੂੰ ਕਹਿਣ ਵਾਸਤੇ। ਐਂ ਲੱਗਦਾ ਸੀ ਜਾਣੀ ਉਹ ਜੰਗ ਦੇ ਵਿੱਚ ਆ, ਬਾਕੀ ਜਿੱਥੇ ਜਿੱਥੇ ਵੀ ਸਰਸੇ ਤੋਂ ਲੈ ਕੇ ਉਹਨਾਂ ਨੇ ਇਤਿਹਾਸ ਸਿਰਜਿਆ ਹੈ, ਸਰਹੰਦ ਵਿੱਚ ਵੀ ਜਾਣੀ ਨਾਲੇ ਖੜੇ ਸੀਗੇ। ਸਾਨੂੰ ਨਹੀਂ ਕਲਪਨਾ ਹੋ ਸਕਦੀ ਸਿੱਖ ਧਰਮ ਵਾਲਿਆਂ ਨੂੰ ਇੰਨੀ, ਜਿੰਨੀ ਅੱਲਾ ਯਾਰ ਖਾਂ ਜੋਗੀ ਨੇ ਕਰੀ ਹੈ। ਤੋ ਸਾਧ ਸੰਗਤ ਜੀ, ਉਹ ਸਿਰ ਝੁਕਦਾ ਹੈ ਸਾਹਿਬਜ਼ਾਦਿਆਂ ਦੀ ਪਵਿੱਤਰ ਰੂਹਾਂ ਨੂੰ, ਉਹਨਾਂ ਦੀ ਯਾਦ ਵਿੱਚ, ਛੋਟਿਆਂ ਦੀ ਵੀ ਵੱਡਿਆਂ ਦੀ ਵੀ, ਮਾਤਾ ਗੁਜਰੀ ਜੀ ਨੂੰ ਜਿੰਨਾ ਵੀ ਨਤਮਸਤਕ ਹੋ ਸਕੀਏ ਉਹ ਥੋੜਾ ਹੀ ਥੋੜਾ, ਜਿੰਨਾ ਵੀ ਉਹਨਾਂ ਦੀ ਵਡਿਆਈ ਕਰ ਸਕੀਏ ਥੋੜੀ ਕਰਿਓ ਨਹੀਂ ਜਾ ਸਕਦੀ। ਇੱਕ ਜੀਵ ਨਹੀਂ ਕਰ ਸਕਦੀ ਉਹਨਾਂ ਦੀ ਵਡਿਆਈ। 7 ਔਰ 9 ਸਾਲ ਦੀਆਂ ਜਿੰਦਾਂ ਐਡੇ ਐਡੇ ਸਾਕੇ ਬੰਦਾ ਨਹੀਂ ਕਰ ਸਕਦਾ। ਰੂਹ ਕੰਬਦੀ ਹੈ ਉਹਨਾਂ ਨੂੰ ਸੁਣ ਕੇ। ਔਰ ਅੱਲਾ ਯਾਰ ਖਾਂ ਜੋਗੀ ਦੇ ਇੱਕ ਹੋਰ ਸ਼ਬਦ ਜਿਹੜੇ ਉਹਨਾਂ ਨੇ ਪਾਏ ਹੋਏ ਹੈ ਬਈ ਜਦੋਂ ਉਹ ਆ ਰਹੇ ਸੀ ਨਾ ਤੁਰੇ ਮਾਤਾ ਜੀ ਦੇ ਨਾਲ, ਮੁੜ ਮੁੜ ਕੇ ਪਿੱਛੇ ਨੂੰ ਦੇਖ ਰਹੇ ਸੀ, ਮੁੜ ਕੇ ਵੀ ਸਾਡੇ ਅੱਬਾ ਆਉਣਗੇ, ਸਾਡੇ ਭਰਾ ਵੀਰੇ ਆਉਣਗੇ। ਜਾਣੀ ਐਂ ਲੱਗਦਾ ਵੀ ਅੱਲਾ ਯਾਰ ਖਾਂ ਜੋਗੀ ਨਾਲੇ ਤੁਰੇ ਆ ਰਹੇ ਸੀ। ਬਿਆਨ ਕਰਨਾ ਵੀ ਸਾਧ ਸੰਗਤ ਜੀ ਬਹੁਤ ਔਖਾ ਹੈ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਆਂ ਵਿਚਾਰਾਂ ਦੱਸ ਰਹੇ ਨੇ ਹੁਣ ਸੁਣੀਆਂ, ਕਿਉਂਕਿ ਰਾਤ ਤਾਂ ਫਿਰ 8 ਵਜੇ ਆਫ ਕਰ ਦਈਦਾ। ਹੁਣ ਘੰਟੇ ਡੇਢ ਘੰਟੇ ਤੋਂ ਸੁਣ ਰਿਹਾ ਦਾਸਰਾ। ਅਜੇ ਦੂਜੀ ਵਿਚਾਰ ਕਰਨੀ ਹੈ ਜਿਹੜੀ ਲੜੀਵਾਰ। ਇਨ ਸ਼ਾਰਟ ਭਾਈ ਮਨਜੀਤ ਸਿੰਘ ਜੀ ਨੇ ਜੋ ਉੱਧਰ ਰਹਿ ਕੇ ਗੱਲ ਦੱਸੀ ਹੈ ਉਹ ਜ਼ਿਆਦਾ ਸਹੀ ਹੋਊਗੀ, ਕਿਉਂਕਿ ਉੱਧਰ ਦਾ ਵਿਚਰਨ ਔਰ ਇੱਧਰ ਦਾ ਤਾਂ ਬਹੁਤ ਅੰਤਰ ਹੈ। ਬੱਗਰ ਜਾਂ ਬੱਕਰ ਜੋ ਉਹਨਾਂ ਨੇ ਦੱਸਿਆ ਉਹ ਸਹੀ ਗੱਲ ਲੱਗਦੀ ਹੈ। ਕਿਆ ਡਾਊਟ ਹੈ ਆਪਾਂ ਨੂੰ, ਕਿਆ ਇਤਰਾਜ਼ ਇਸ ਗੱਲ 'ਚ ਪਕੜਨੇ 'ਚ। ਜਿਹੜੇ ਬੰਦੇ ਨੇ ਉੱਥੇ ਪਰਸਨਲੀ ਕਰਿਆ ਹੈ ਉਹ ਜ਼ਿਆਦਾ ਸਹੀ ਹੈ। ਔਰ ਭੇਡੂ ਦੀ ਦੰਨੇ ਬਲੀ ਇਹ ਵੀ ਮੰਨੀ ਜਾਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਪਰਸਨਲੀ ਦੇਖੀ ਹੈ ਸਾਰੀ ਗੱਲ ਉੱਥੇ, ਤਾਂ ਉਹ ਜ਼ਿਆਦਾ ਹੀ ਉਪਯੋਗੀ ਗੱਲ ਹੈ ਸਾਡੇ ਵਾਸਤੇ। ਭਾਈ ਮਨਜੀਤ ਸਿੰਘ ਜੀ, ਉਹ ਧੰਨਵਾਦ ਇਹਨਾਂ ਵਿਚਾਰਾਂ ਦਾ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਔਰ ਭਾਈ ਰਣਜੀਤ ਸਿੰਘ ਜੀ ਨੇ ਅੱਜ ਕਾਫੀ ਉੱਦਮ ਕਰਿਆ, ਕਰਨਾ ਚਾਹੀਦਾ ਹੈ। ਭਾਈ ਜਸਪਾਲ ਵੀਰ ਸਿੰਘ ਜੀ ਨੇ ਔਰ ਗਿਆਨੀ ਗੁਰਵਿੰਦਰ ਸਿੰਘ ਜੀ, ਬਾਕੀ ਜਗਜੀਤ ਸਿੰਘ ਜੀ ਔਰ ਰਾਜਿੰਦਰ ਸਿੰਘ ਹੈ ਸ਼ਾਇਦ ਨਾਮ, ਸਾਰਿਆਂ ਦਾ ਧੰਨਵਾਦ। ਵਿਚਾਰ ਲੜੀ ਨਾਲ ਇੱਕ ਇੱਕ ਫੁੱਲ ਜਦੋਂ ਨਾਲ ਚਲੇ ਜਾਂਦਾ, ਵਿੱਚ ਪਰੋ ਹੁੰਦਾ, ਤਾਂ ਉਹ ਫਿਰ ਹਾਰ ਬਣਦਾ ਹੀ ਹੈ। ਜਪਣ ਦੇ ਨਾਲ ਹਉਮੈ ਜਾਂਦੀ ਹੈ, ਕੋਈ ਡਾਊਟ ਨਹੀਂ ਇਸ ਗੱਲ 'ਚ। ਜੇ ਦਾਸਰੇ ਨੂੰ ਤਾਂ ਇੱਕੋ ਗੱਲ ਸਮਝ ਆਈ ਹੋਈ ਹੈ ਗੁਰਬਾਣੀ 'ਚ, ਆ ਹਉਮੈ ਦਿਖਦੀ ਹੈ ਜਾਂ ਨਾਮ ਦਿਖਦਾ। ਦੋ ਗੱਲਾਂ ਤੋਂ ਬਿਨਾਂ ਹੋਰ ਮੈਨੂੰ ਤਾਂ ਕੁਛ ਨਜ਼ਰ ਨਹੀਂ ਆ ਰਿਹਾ, ਸੱਚੀ ਗੱਲ ਕਹਿ ਰਿਹਾ। ਕਿਸੇ ਨੂੰ ਕਿਸੇ ਹੋਰ ਤਰ੍ਹਾਂ ਦਾ ਅਨੁਭਵ ਹੋਵੇ ਤਾਂ ਉਹ ਵੀ ਮੁਬਾਰਕ ਹੈ, ਕਿਉਂਕਿ ਆਫਟਰ ਆਲ ਸਾਰਿਆਂ ਦੇ ਵਿੱਚ ਉਹੀ ਬੈਠਾ ਹੈ। ਕਿਸੇ ਨੂੰ ਕਿਸ ਤਰੀਕੇ ਨਾਲ ਦਿਖਾ ਰਿਹਾ ਹੈ, ਸਭ ਠੀਕ ਹੈ। ਦਾਸਰਾ ਆਪਣੀ ਗੱਲ ਕਰ ਰਿਹਾ ਵੀ ਦਾਸਰੇ ਨੂੰ ਤਾਂ ਸਿਰਫ ਔਰ ਸਿਰਫ ਹਉਮੈ ਔਰ ਮਾਣ ਔਰ ਨਾਮ, ਇਹ ਦੋ ਹੀ ਦਿਖੇ, ਹੋਰ ਤੀਜੀ ਗੱਲ ਨਜ਼ਰ ਆਉਂਦੀ ਨਹੀਂ ਕੋਈ। ਹਉਮੈ ਇੰਨੀ ਬਰੀਕ ਹੈ ਵੀ ਇਹਦਾ ਪਤਾ ਵੀ ਨਹੀਂ ਲੱਗਦਾ ਬੰਦੇ ਨੂੰ ਵੀ ਮੇਰੇ 'ਚ ਹੈ। ਕਦੇ ਨਾ ਕਿਸੇ ਰੂਪ 'ਚ ਆ ਜਾਂਦੀ ਹੈ। ਚੰਗੇ ਗੁਣਾਂ ਦੀ ਵੀ ਹਉਮੈ ਹੁੰਦੀ ਹੈ, ਮਾੜਿਆਂ ਦੀ ਤਾਂ ਅੱਜ ਕੱਲ੍ਹ ਲੱਗ ਪਏ ਲੋਕ ਕਰਨ, ਜਿਵੇਂ ਰਿਸ਼ਵਤ ਨੂੰ ਚੰਗਾ ਸਮਝਦੇ ਆ ਵੀ ਮੇਰਾ ਜਵਾਈ ਇੰਨੇ ਪੈਸੇ ਬਣਾ ਲੈਂਦਾ ਉੱਪਰੋਂ। ਅੱਜ ਕੱਲ੍ਹ ਤਾਂ ਉਹ ਵੀ ਚੰਗੇ ਗਿਣੇ ਜਾਂਦੇ ਆ, ਪਰ ਅਸਲ 'ਚ ਹਉਮੈ ਹੁੰਦੀ ਚੰਗੇ ਗੁਣਾਂ ਦੀ ਉਹ ਹੈ। ਔਗੁਣਾਂ ਦੀ ਕਾਹਦੀ ਹਉਮੈ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਦਾ ਪ੍ਰਚਲਨ ਹੋਰ ਤਰ੍ਹਾਂ ਦਾ ਹੋ ਗਿਆ।
ਸੋ ਇਹ ਜਿਹੜੇ ਪੁਰਾਣੇ ਮਿਥਿਹਾਸਕ ਪਾਤਰ ਹੈ, ਦੇਖੋ ਆਪਾਂ ਨੂੰ ਪਤਾ ਹੈ ਵੀ ਗੁਰੂ ਰਾਮਚੰਦਰ ਜੀ ਦੇ ਵੀ ਹੋਏ ਵਿਸ਼ਿਸ਼ਟ, ਗੁਰੂ ਸ੍ਰੀ ਕ੍ਰਿਸ਼ਨ ਜੀ ਦੇ ਵੀ ਹੋਏ ਹੈ ਗਰਗ ਮੁਨੀ। ਇਹ ਇੱਕ ਸਿੱਖ ਵਿਦਵਾਨਾਂ ਨੇ ਇੱਕ ਨੋਟ ਵੀ ਕੱਢਿਆ ਹੋਇਆ, ਆਸਰੇ ਕੋਲ ਵੀ ਹੈ ਉਹ, ਉਹਨਾਂ ਨੇ ਇਹ ਬਾਤ ਲਿਖੀ ਹੈ। ਉਹਨਾਂ 'ਚ ਇੱਕ ਹਜ਼ਾਰਾ ਸਿੰਘ ਵੀ ਹੈ, ਉੱਚ ਕੋਟੀ ਦੇ ਵਿਦਵਾਨ ਨੇ ਉਹ ਉਹਨਾਂ ਨੇ ਇਹ ਗੱਲ ਲਿਖੀ ਹੈ ਵੀ ਇਹ ਜੀਵ ਕੋਟੀ ਵਿੱਚੋਂ ਸੀ ਉਹਨਾਂ ਦੇ ਗੁਰੂ, ਰਿਸ਼ੀਆਂ ਚੋਂ। ਜਿਵੇਂ ਗੁਰੂ ਸਾਹਿਬ ਦਾ ਕਨਸੈਪਟ ਹੈ ਗੁਰੂਆਂ ਦਾ, ਉਹ ਨਹੀਂ ਸੀਗਾ, ਚੌਥੇ ਗੁਣ ਵਾਲੇ ਗੁਰੂ ਨਹੀਂ ਸੀਗੇ, ਦੁਨਿਆਵੀ ਗੁਰੂ ਸੀਗੇ। ਇਹ ਉਹਨਾਂ ਨੇ ਲਿਖੀ ਹੈ ਬਾਤ। ਤੋ ਸ਼ੇਸ਼ਨਾਗ ਦਾ ਕੋਈ ਇਸ ਤਰ੍ਹਾਂ ਦਾ ਹੋਵੇ, ਹੋ ਸਕਦਾ ਹੈ। ਗੁਰੂ ਹੋਣਾ ਕਾਫੀ ਨਹੀਂ ਹੈ ਦੁਨਿਆਵੀ ਸੰਦਰਭ ਵਿੱਚ, ਗੁਰੂ ਚੌਥੇ ਗੁਣ ਵਾਲਾ ਹੋਵੇ, ਜਿਵੇਂ ਗੁਰੂ ਮਹਾਰਾਜ ਜਾਂ ਭਗਤ ਸਾਹਿਬਾਨ ਹੋਏ ਹੈ। ਇੱਥੇ ਵੀ ਅੰਤਰ ਹੈ। ਬਾਹਮਣ ਵੀ ਗੁਰੂ ਹੈ ਜਗਤ ਦਾ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ। ਗੁਰੂਆਂ ਦਾ ਅੰਤ ਨਹੀਂ, ਗੁਰੂ ਬਹੁਤ ਹੈ। ਔਰ 8 ਕਿਸਮ ਦੇ ਗੁਰੂਆਂ ਦਾ ਵੀ ਹਵਾਲਾ ਆਉਂਦਾ ਇੱਕ ਗ੍ਰੰਥ ਦੇ ਵਿੱਚ, ਕਿਤੇ ਉਹਦੀ ਵੀ ਦਾਸਰਾ ਕਰ ਦੂਗਾ ਵਿਚਾਰ ਜੇ ਸਮਾਂ ਲੱਗਿਆ। ਤੋ ਗੁਰੂ ਬਹੁਤ ਹੈ ਭਾਈ, ਗੁਰੂ ਅਸਲੀ ਹੋਰ ਚੀਜ਼ ਹੈ। ਗੁਰੂ ਤਾਂ ਪਰਮਾਤਮਾ ਹੀ ਹੈ, ਜਾਂ ਉਹੀ ਜੀ ਜੋਤ ਕਿਸੇ 'ਚ ਪ੍ਰਗਟ ਹੋ ਗਈ ਹੋਵੇ ਸਰੀਰ 'ਚ, ਉਹ ਗੁਰੂ ਹੈ। ਤੋ ਗੁਰੂ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੋ ਸਕਦਾ, ਇਹ ਗੱਲ ਗੁਰਬਾਣੀ ਫਰਮਾਉਂਦੀ ਹੈ ਬਾਰ ਬਾਰ ਜ਼ੋਰ ਨਾਲ ਕਹਿ ਕੇ। ਗੁਰੂ ਦਾ ਮਤਲਬ ਹੀ ਇਹੀ ਹੈ ਵੀ ਗੁਰੂ ਦੇ ਅੰਦਰ ਹਉਮੈ ਹੁੰਦੀ ਨਹੀਂ, ਸਾਡੀ ਉਹਨੇ ਉਹ ਤੋੜਨੀ ਹੈ। ਬੈਠਾ ਅੰਦਰੇ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ। ਅੰਦਰੇ ਖੂਹ ਹੈ ਅੰਮ੍ਰਿਤ ਦਾ, ਪਰਮਾਤਮਾ ਅੰਦਰ ਹੈ ਸਭ ਦੇ, ਉਹਦੀ ਹੋਂਦ ਹੈ। ਉੱਪਰ ਗਰਦ ਪਈ ਹੋਈ ਹੈ, ਜਿਵੇਂ ਭਾਈ ਰਣਜੀਤ ਸਿੰਘ ਜੀ ਦੱਸ ਰਹੇ ਸੀਗੇ, ਉੱਪਰੋਂ ਢਕਿਆ ਹੋਇਆ, ਥਾਲੀ ਦਿੱਤੀ ਹੋਈ ਹੈ। ਉਹਨੂੰ ਅੰਦਰ ਤੋਂ ਪ੍ਰਗਟ ਕਰਨਾ, ਉਹ ਸ਼ਬਦ ਦੇ ਨਾਲ ਹੋਣਾ। ਇਹ ਵੀ ਵਿਧੀ ਦੱਸ ਦਿੱਤੀ ਹੈ, ਔਰ ਇਹ ਵੀ ਸਮਝਾ ਦਿੱਤੀ ਵਿਧੀ ਵੀ ਇੱਕ ਹੈ ਸ਼ਬਦੀ ਜਿੰਨੇ ਵੀ ਹੈ ਉਹ ਵੀ ਮਾਇਆ ਦੇ ਵਿੱਚ ਹੈ, ਔਰ ਉਹ ਵੀ ਕਾਲ ਦੇ ਅੰਡਰ ਹੈ। ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੇ ਲਗਾਇਆ। ਜੇ ਇੱਕ ਸ਼ਬਦ ਦੀ ਉਹ ਗੱਲ ਕਰੀ ਜਾਊਗਾ ਨਾ ਬੰਦਾ, ਉਹਦੀ ਗੱਲ ਨੂੰ ਸਮਝੇ ਤੋਂ ਬਿਨਾਂ, ਮੇਰਾ ਖਿਆਲ ਹੈ ਸੰਗਤ ਦੇ ਵਿੱਚ ਉਹ ਟੈਕਨੀਕਲ ਜਪ ਵਾਲੀ ਗੱਲ ਸਮਝੀ ਨਹੀਂ ਹੈ, ਕਿਸੇ ਨੇ ਜ਼ਿਕਰ ਨਹੀਂ ਕਰਿਆ ਉਹਦਾ, ਮਕੈਨੀਕਲ ਜਪ ਜਿਹਨੂੰ ਕਹਿੰਦੇ ਆ। ਉਹ ਇੱਕੇ ਸ਼ਬਦੀ ਵਾਲੇ ਜਿਹੜੇ ਵਾਰ-ਵਾਰ ਨਰੈਣ 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 ਕਰੀ ਜਾਂਦੇ, ਲੇਕਿਨ ਸਮਝ ਹੈ ਨਹੀਂ ਵੀ ਅਸੀਂ ਕਹਿ ਕਿਆ ਰਹੇ, ਉਹਦਾ ਮਤਲਬ ਕਿਆ ਹੈ। ਸਿਰਫ ਕਹਿ ਰਹੇ ਰਸਨਾ ਬੋਲ ਰਹੀ ਹੈ ਬਸ, ਹਿਰਦਾ ਨਾਲ ਨਹੀਂ ਹੁੰਦਾ। ਬਿਲਕੁਲ ਇਸੇ ਤਰ੍ਹਾਂ ਦਸਮੇਸ਼ ਜੀ ਨੇ ਇੱਕ ਜਗ੍ਹਾ ਜ਼ਿਕਰ ਕਰਿਆ, ਜਾਪ ਕੇ ਕੀਏ ਜੋ ਪੇ ਪਾਈਤ ਹੈ ਜਾਪ ਦੇਵ, ਪੂਦਨਾ ਸਦੀਪ ਤੂੰ ਹੀ ਉਚਰਤ ਹੈ। ਪੂਦਨਾ ਇੱਕ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਚਿੜੀ ਹੁੰਦੀ ਹੈ, ਉਹ ਸਾਰੀ ਉਮਰ ਉਹਦੀ ਬੋਲੀ ਤੂੰ ਹੀ ਇਸ ਤਰ੍ਹਾਂ ਕਰਦੀ ਰਹਿੰਦੀ ਹੈ। ਭਾਈ ਉਹਨੂੰ ਤਾਂ ਰੱਬ ਮਿਲਿਆ ਨਾ। ਜਾਂ ਤਾਪ ਕੇ ਕੀਏ ਜੋ ਪੇ ਪਾਈਏ ਅਤਾਪਨਾਥ। ਤਾਪਨਾ ਆਦਿਕ ਦਸਰਾ ਥੋੜਾ ਜਿਹਾ ਵਿਸਰ ਇਹ ਗੱਲ। ਤਾਪ ਕੇ ਕੀਏ ਜੋ ਪੇ ਪਾਈਏ ਅਤਾਪਨਾਥ, ਤਾਪਨਾ ਅਨੇਕ ਧਨ ਘਾਇਲ ਸਹਿਤ ਹੈ। ਜਿਹੜੇ ਜੰਗ ਦੇ ਮੈਦਾਨ 'ਚ ਫੱਟ ਵੱਜਦੇ ਆ ਲੋਕਾਂ ਦੇ, ਫਿਰ ਤਾਂ ਉਹ ਵੀ ਪ੍ਰਾਪਤ ਹੋ ਜਾਣ ਵੀਰ ਉਹਨੂੰ, ਪਰਮਾਤਮਾ ਨੂੰ। ਉਹਨਾਂ ਦੇ ਤਾਂ ਬਹੁਤ ਲੱਗੇ ਵੀ ਉਹਨੇ ਫੱਟ। ਯਾਤਨਾ ਸਹਿ ਕੇ ਅਗਰ ਕੋਈ ਚਾਹੇ, ਜਿਵੇਂ ਖੰਡਨ ਨੇ ਗੁਰਬਾਣੀ 'ਚ ਇਹਨਾਂ ਸਭ ਚੀਜ਼ਾਂ ਦਾ, ਉਸੇ ਤਰ੍ਹਾਂ ਜਿਹੜਾ ਟੈਕਨੀਕਲ ਜਪ ਹੈ ਉਹਦਾ ਵੀ ਖੰਡਨ ਹੈ। ਇੱਕ ਜਗ੍ਹਾ ਨਹੀਂ, ਸੈਂਕੜੀ ਜਗ੍ਹਾ ਆ ਰਿਹਾ ਸਮਝਾਉਣ ਖਾਤਰ ਵੀ ਕਰਨਾ ਜਪ ਜ਼ਰੂਰੀ ਹੈ, ਮਸਟ ਹੈ, ਉਹ ਤੋਂ ਬਿਨਾਂ ਕਲਿਆਣ ਨਹੀਂ ਹੈ। ਪਰ ਉਹਦੇ ਨਾਲ ਵੀ ਫਿਰ ਕੰਡੀਸ਼ਨ ਲਾਈ ਹੋਈ ਹੈ ਵੀ ਕਿਤੇ ਐਂ ਨਾ ਪਕੜ ਕੇ ਬਹਿ ਜਾਓ, ਜਿਵੇਂ ਲੋਕਾਂ ਨੇ ਬਾਹਰ ਤੋਂ ਗੱਲ ਪਕੜ ਲਈ ਵੀ ਬਸ ਇੱਕ ਸ਼ਬਦ ਕਹੀ ਜਾਓ ਪਾਰ ਤਾਰਾ ਇੱਕਣ ਹੋ ਜਾਊਗਾ। ਨਹੀਂ ਭਾਈ, ਗੁਰਬਾਣੀ ਤਾਂ ਕੁਛ ਹੋਰ ਸਮਝਾ ਰਹੀ ਹੈ। ਫਿਰ ਗੁਰਬਾਣੀ ਤਾਂ ਜਿੰਨੇ ਦੇਵੀ ਦੇਵਤੇ ਨੇ ਸਭ ਨੇ ਜਪ ਤਾਂ ਕਰਿਆ ਇਹਨਾਂ ਨੇ, ਇਹ ਤਾਂ ਗੱਲ ਗੁਰਬਾਣੀ 'ਚ ਵੀ ਆਉਂਦੀ, ਫਿਰ ਤਾਂ ਇਹ ਵੀ ਸਫਲ ਹੋ ਜਾਂਦੇ ਹੁਣ। ਕਾਤੇ ਨਹੀਂ ਹੋਏ? ਉਹੀ ਪਿੱਛੇ ਕਾਰਨ ਈਗੋ ਹੈ। ਈਗੋ ਗੁਰੂ ਨੇ ਤੋੜਨੀ ਹੈ, ਗੁਰੂ ਵਾਲਾ ਹੋਣਾ ਮਸਟ ਹੈ। ਗੁਰੂ ਨੇ ਸਮਝਾਉਣੀ ਇਹ ਗੱਲ ਵੀ ਤੇਰੇ ਅੰਦਰ ਆ ਦੇਖ ਕਿਵੇਂ ਬੋਲ ਰਹੀ ਹੋ। ਤਾਂ ਹੀ ਜਿਹੜਾ ਸਰੀਰਕ ਗੁਰੂ ਦੀ ਗੱਲ ਆਪਾਂ ਕਰਦੇ ਹਾਂ ਨਾ, ਵੀ ਕੋਈ ਭਗਤ ਮਿਲ ਜਾਏ, ਕੋਈ ਚੌਥੇ ਗੁਣ ਵਾਲਾ ਮਿਲ ਜਾਏ, ਜੋ ਦਿਸੈ ਗੁਰ ਸਿੱਖੜਾ ਵਾਲੀ ਬਾਤ ਹੋ ਜਾਏ, ਉਹਨੇ ਗੱਲ ਪਰ ਟੋਕ ਕੇ ਸਮਝਾ ਦੇਣਾ ਵੀ ਆ ਦੇਖ ਬਈ ਤੂੰ ਉੱਚਾ ਬੋਲ ਗਿਆ, ਇਹੀ ਹਉਮੈ। ਪਰਟੀਕੁਲਰਲੀ ਸਮਝਾ ਦਿੰਦਾ ਉਹ ਬੰਦੇ ਨੂੰ, ਫਿਰ ਸਮਝ ਆ ਜਾਂਦੀ ਹੈ ਵੀ ਹਾਂ ਯਾਰ ਗੱਲ ਤਾਂ ਠੀਕ ਹੈ, ਹਾਂ ਮੇਰੀ ਤਾਂ ਉਚਾਈ ਚੋਂ ਨਿਕਲੀ ਇਹ ਗੱਲ ਵੀ ਮੈਂ ਕਰੀ ਹੈ।
ਚਾਹੀਦਾ ਸੀ ਕਹਿਣਾ ਵੀ ਅਸੀਂ ਕਰੀਏ, ਬੋਲਦਾ ਬੰਦਾ ਮੈਂ ਕਰੀਏ, ਨਾਲੇ ਇਕੱਠਿਆਂ ਨੇ ਕਰੀ ਹੁੰਦੀ ਉਹ ਗੱਲ। ਉਹ ਫਿਰ ਜੇ ਟੋਕੂਗਾ ਕੋਈ ਬੰਦਾ ਉਹਨੂੰ ਤਾਂ ਉਹਨੂੰ ਸਮਝ ਆਊਗੀ। ਜੇ ਤਾਂ ਉਹ ਬੰਦਾ ਉਹਨੂੰ ਪੋਜ਼ੀਟਿਵ ਲਊਗਾ ਫਿਰ ਉਹ ਪਾਰ ਪਾਊਗਾ। ਜੇ ਉਹਨੇ ਨੈਗੇਟਿਵ ਲੈ ਲਈ ਵੀ ਮੈਨੂੰ ਕਿਉਂ ਟੋਕਿਆ, ਫਿਰ ਗਲਤਾਨ ਹੈ ਦੁਨੀਆ 'ਚ, ਫਿਰ ਉਹਨੇ ਉੱਧਰ ਨੂੰ ਤੁਰਨਾ ਹੀ ਨਹੀਂ ਰੱਬ ਵੱਲ ਨੂੰ। ਸੋ ਇਹ ਇਹੀ ਜਿਹੀ ਵਿਚਾਰ ਹੈ ਥੋੜ੍ਹੀ ਜਿਹੀ ਸਮਾਂ ਸਾਰੀਆਂ ਇੱਕ ਤੋਂ ਇੱਕ ਚੜ੍ਹਨਦੀਆਂ। ਕੋਈ ਕਿਸੇ ਕਿਸਮ ਦਾ ਇਹਦੇ 'ਚ ਵਿਵਾਦ ਨਹੀਂ ਹੈ ਗੱਲ 'ਚ, ਬਿਲਕੁਲ ਹਰ ਇੱਕ ਨੂੰ ਆਪਣੀ ਸਮਰੱਥਾ ਦਿੱਤੀ ਹੈ ਉਹਨੇ, ਸਭ ਦੇ ਅੰਦਰ ਉਹ ਬੈਠਾ ਹੈ। ਤੋ ਜੈਸਾ ਵੀ ਕਿਸੇ ਦੇ ਅੰਦਰੋਂ ਨਿਕਲਦੀ ਹੈ ਬਾਤ, ਮੁਬਾਰਕ ਹੈ। ਇਹ ਜ਼ਰੂਰ ਹੈ ਵੀ ਸਾਰਿਆਂ ਦਾ ਅੰਦਰੋਂ ਜਿਹੜੀ ਬਾਤ ਨਿਕਲਦੀ ਹੈ ਉਹ ਅਗਰ ਜੇ ਬੰਦਾ ਉੱਧਰ ਨੂੰ ਤੁਰਿਆ ਹੋਇਆ ਤਾਂ ਉਹਨੇ ਸਮਝ ਜਾਣਾ ਵੀ ਮੇਰੀ ਇਹ ਗੱਲ ਵਿੱਚੋਂ ਦੂਜੇ ਦੀ ਗੱਲ ਯਾਰ ਆਹ ਜ਼ਿਆਦਾ ਠੀਕ ਲੱਗਦੀ, ਉਹਨੂੰ ਉਹ ਦਿਖਣ ਲੱਗ ਜਾਂਦੀ ਹੈ ਜੇ ਹਉਮੈ ਘਟੀ ਵੀ ਹੋਵੇ। ਅਗਰ ਨਹੀਂ ਘਟੀ ਹੋਈ ਤਾਂ ਆਪਣੀ ਗੱਲ ਫਿਰ ਬੜੀ ਲੱਗੂਗੀ। ਆਹ ਵਿਚਾਰ ਜ਼ਰੂਰ ਆਉਂਦੀ ਹੈ ਗੁਰਬਾਣੀ 'ਚ। ਪਰ ਫਿਰ ਵੀ ਗੁਰਮੁਖ ਸਾਰੇ ਹੀ ਉਚਾਈ ਵਾਲੇ ਹੁੰਦੇ। ਨਮਸਕਾਰ, ਨਮਨ, ਨਮੋ ਨਮੈ, ਨਮੋ ਨਮੈ, ਨਮੋ ਨਮੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਗਹਿਲਾ ਰੂ ਨਾ ਜਾਣਈ, ਸਿਰ ਪੀ ਮਿੱਟੀ ਖਾਏ। ਜੇ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੈ ਕਾਗ। ਸੁੰਦਰ ਮੰਦਰ ਸੈਣੈ, ਜੀਣ ਮਧੈ ਹਰ ਕੀਰਤਨੈ। ਮੁਕਤੇ ਰਮਣ ਗੋਵਿੰਦੈ, ਨਾਨਕ ਲਵਧਯੰ ਵਡਭਾਗਣੈ। ਹਰ ਲਬਧੋ ਮਿੱਤਰ ਸੁਮਿਤੋ, ਬਿਦਾਰਨ ਕਦੇ ਨਾ ਚਿਤੋ। ਜਾਂ ਕਾ ਅਸਥਲ ਤੋਲ ਅਮਿਤੋ, ਸੋਈ ਨਾਨਕ ਸਖਾ ਜੀ ਸੰਗ ਕਿਤੋ। ਅਪਜਸੰ ਮਿਟੰਤ ਸਤ ਪੁੱਤਰੈ, ਸਿਮਰਤਭਯ ਹਿਰਦੈ ਗੁਰ ਮੰਤਰਣੈ। ਪ੍ਰੀਤਮ ਭਗਵਾਨ ਅਚੁੱਤ, ਨਾਨਕ ਸੰਸਾਰ ਸਾਗਰ ਤਾਰਣੈ। ਮਰਣੰ ਵਿਸਰਣੰ ਗੋਵਿੰਦੈ, ਜੀਵਨੰ ਹਰਿ ਨਾਮ ਧਿਆਵਣੈ। ਲਭਯਣੰ ਸਾਧ ਸੰਗੇਣ, ਨਾਨਕ ਹਰਿ ਪੂਰਬ ਲਿਖਣੈ। ਲਭਯਣੰ ਸਾਧ ਸੰਗੇਣ, ਨਾਨਕ ਹਰਿ ਪੂਰਬ ਲਿਖਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਾਰੇ ਗੁਰਮੁਖ ਜਨਾਂ ਨੂੰ ਸਤ ਸਤ ਪ੍ਰਣਾਮ, ਝੁਕ ਝੁਕ ਕੇ ਪ੍ਰਣਾਮ। ਬਾਕੀ ਵੀ ਸਾਰੀ ਸੰਗਤ ਜੀ ਨੂੰ ਦੁਬਾਰਾ ਫੇਰ ਤੋਂ ਫਤਿਹ ਗੁਜ਼ਾਰਿਆ ਦਾ ਆਸਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਪਾਵਨ ਪਵਿੱਤਰ ਸ਼ਲੋਕਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਮਹਾਰਾਜ ਸਾਨੂੰ ਚੇਤਾ ਕਰਾਉਂਦੇ ਆ, ਸੁੰਦਰ ਮੰਦਰ, ਸੁੰਦਰ ਮਹਿਲ ਉਹ ਹੈ ਜਿਨ੍ਹਾਂ ਦੇ ਵਿੱਚ ਹਰੀ ਦੀ ਕੀਰਤੀ ਹੁੰਦੀ ਹੈ। ਜਿਹੜੇ ਦੇਖਣ ਨੂੰ ਸੋਹਣੇ ਲੱਗਦੇ ਨੇ ਬਾਹਰੋਂ, ਉਹ ਨਹੀਂ। ਝੁੰਗੀ ਵੀ ਸੋਹਣੀ ਹੈ ਜੇ ਉਹਦੇ ਵਿੱਚ ਹਰੀ ਦੀ ਕੀਰਤੀ ਹੋਵੇ। ਉਹ ਮਹਿਲ ਵੀ ਪਵਿੱਤਰ ਹੈ ਜਿੱਥੇ ਹਰੀ ਦਾ ਜਸ ਗਾਇਆ ਜਾਂਦਾ। ਸੈਣ ਕਈ ਪੁਰਸ਼ਾਂ ਨੇ ਇਹਦੇ ਅਰਥ ਸੌਣ ਦੇ ਵੀ ਕਰੇ ਵੀ ਸੁੰਦਰ ਮੰਦਰ ਵਿੱਚ ਸੌਣਾ, ਪਰ ਉਹ ਅਰਥ ਢੁਕਵੇਂ ਨਹੀਂ ਹੈ ਵਿਆਕਰਨ ਦੇ ਮੁਤਾਬਕ। ਜੇ ਉਹ ਗੱਲ ਹੁੰਦੀ ਤਾਂ ਮੰਦਰ ਦੇ ਰਾਰੇ ਨੂੰ ਵੀ ਸ਼ਾਇਰੀ ਹੋਣੀ ਚਾਹੀਦੀ ਸੀ। ਔਰ ਸੈਣ ਸ਼ਬਦ ਸੌਣ ਖਤ ਤਾਂ ਕਿਤੇ ਆਇਆ ਨਹੀਂ ਗੁਰਬਾਣੀ 'ਚ।
ਉਹੀ ਸੈਣੇ ਦਾ ਮਤਲਬ ਹੈ ਉਹੀ। ਉਹੀ ਮੰਦਰ ਸੋਹਣੇ ਹੈ, ਸੋਈ ਮੰਦਰ ਸੋਹਣੇ ਹੈ ਜਿਨ੍ਹਾਂ ਦੇ ਵਿੱਚ ਹਰੀ ਦੀ ਕੀਰਤੀ ਕਰੀ ਜਾਂਦੀ ਹੈ। ਮੁਕਤੇ ਰਮਨ ਗੋਬਿੰਦੈ, ਨਾਨਕ ਲਵਧਿਅਮ ਬੜ ਭਾਗਣ। ਮੁਕਤ ਕਿਵੇਂ ਹੋਈਦਾ? ਗੋਬਿੰਦ ਦੀ ਕੀਰਤੀ ਕਰਨ ਦੇ ਨਾਲ, ਉਹਨੂੰ ਧਿਆਉਣ ਦੇ ਨਾਲ, ਜਿਹੜੀ ਕੀਰਤੀ ਬਹੁਤ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ। ਕਿਸੇ ਦੇ ਅਤੀ ਚੰਗੇ ਭਾਗ ਹੋਵੇ ਤਾਂ ਉਹਨੂੰ ਹਰੀ ਦੀ ਕੀਰਤੀ ਮਿਲਦੀ ਹੈ। ਔਰ ਇਸੇ ਕੀਰਤੀ ਖਾਤਰ, ਇਸੇ ਵਿਵੇਕ ਖਾਤਰ ਗੁਰੂ ਮਹਾਰਾਜ ਯਾਚਨਾ ਵੀ ਕਰਦੇ ਆ ਪ੍ਰਮਾਤਮਾ ਦੇ ਅੱਗੇ, ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਹਰ ਲਵਧੋ ਮਿੱਤਰ ਸੁਮਿਤੋ, ਵਿਦਾਰਨ ਕਦੇ ਨ ਚਿੱਤੋ। ਹਰੀ ਵਰਗਾ ਮਿੱਤਰ, ਪ੍ਰੇਮੀ ਮਿਲ ਗਿਆ, ਲੱਭ ਗਿਆ, ਜਿਹੜਾ ਕਦੇ ਵੀ ਦਿਲ ਨਹੀਂ ਤੋੜਦਾ। ਵਿਦਾਰਨ ਹੁੰਦਾ ਭੰਨਣਾ, ਤੋੜਨਾ। ਕਦੇ ਵੀ ਚਿੱਤ ਨਹੀਂ ਤੋੜਦਾ, ਹਮੇਸ਼ਾ ਸਾਡੇ ਸੰਗ ਹੁੰਦਾ ਹੈ, ਸਾਡੀਆਂ ਆਸ਼ਾਵਾਂ ਪੂਰਨ ਕਰਦਾ ਹੈ। ਲਗਜ਼ਰੀ ਬੇਸ਼ੱਕ ਨਹੀਂ ਕਰਦਾ, ਲੇਕਿਨ ਲੋੜਾਂ ਜ਼ਰੂਰ ਪੂਰੀਆਂ ਕਰਦਾ ਹੈ। ਨਾਮ ਦਾ ਵੀ ਦਾਤਾ ਹੋਈ ਹੈ। ਜਾਂ ਕਾ ਅਸਥਲ ਤੋਲ ਅਮਿਤੋ, ਜਿਹਦਾ ਅਸਥਾਨ ਸੁੰਦਰ ਥਲ, ਜਿੱਥੇ ਉਹਦਾ ਵਸੇਬਾ ਹੈ, ਉਹ ਅਮਿਤ ਹੈ, ਉਹ ਮਿਣਤੀਆਂ ਗਿਣਤੀਆਂ ਤੋਂ ਬਾਹਰ ਹੈ ਭਾਈ, ਉਹਦਾ ਕੋਈ ਨਾਪ ਤੋਲ ਨਹੀਂ। ਸੋਈ ਨਾਨਕ ਸਖਾ ਜੀ ਸੰਗ ਕੀਤੋ। ਪਾਤਸ਼ਾਹ ਫਰਮਾਉਂਦੇ ਹੈ ਵੀ ਉਹੀ ਪਰਮਾਤਮਾ ਨੂੰ ਅਸੀਂ ਆਪਣੇ ਜੀ ਦੇ ਸੰਗ ਹਿਰਦੇ ਦੇ ਵਿੱਚ ਮਿੱਤਰ ਬਣਾ ਲਿਆ। ਇੱਥੇ ਸਾਧ ਸੰਗਤ ਜੀ, ਉਹ ਸ਼ਬਦ ਸੋਈ ਜਿਹੜਾ ਹੈ, ਹੋੜਾ ਵੀ ਹੈ, ਔਂਕੜ ਵੀ ਲੱਗਿਆ ਗੁਰਬਾਣੀ 'ਚ। ਐਸੇ ਸੈਂਕੜੇ ਸ਼ਬਦ ਆਉਂਦੇ। ਇੱਥੇ ਇਹਨੂੰ ਆਪਾਂ ਸੋਈ ਦੀ ਬਜਾਏ ਸੋਈ ਕਹਿਣਾ ਜ਼ਿਆਦਾ ਠੀਕ ਹੈ, ਕਿਉਂਕਿ ਸੋਈ ਤਾਂ ਨੋਰਮਲੀ ਆਪਾਂ ਕਹਿੰਦੇ ਹੀ ਹਾਂ, ਲੇਕਿਨ ਔਂਕੜ ਕਰਕੇ ਇਹਨੂੰ ਦੂਜੇ ਤਰ੍ਹਾਂ ਸੋਈ ਨਾਨਕ ਸਖਾ ਜੀ ਸੰਗ ਕੀਤੋ, ਇਸ ਤਰ੍ਹਾਂ ਬੁਲਾਉਣਾ ਚਾਹੀਦਾ। ਅਪਜੱਸਿਆ ਮਿਟੰਤ ਸੱਤ ਪੁੱਤਰ ਹੈ। ਸੱਤ ਪੁੱਤਰ ਯਾਨੀ ਸੱਚ ਦੇ ਨਾਲ ਜੁੜੇ ਹੋਏ ਪੁੱਤਰ, ਸਪੁੱਤਰ ਕਹਿੰਦੇ ਜਿਹਨੂੰ ਆਪਾਂ। ਕਪੁੱਤਰ ਹੋਰ ਹੁੰਦੇ, ਸਪੁੱਤਰ ਹੁੰਦੇ ਜਿਹੜੇ ਸੱਤ ਪੁੱਤਰ ਹੁੰਦੇ। ਉਹਨਾਂ ਦੇ ਘਰ ਵਿੱਚ ਪੈਦਾ ਹੋਣ ਦੇ ਨਾਲ ਜਿਹੜਾ ਅਪਜਸ ਹੈ ਉਹ ਮਿਟ ਜਾਂਦਾ ਹੈ, ਯਾਨੀ ਜਿਹੜੀ ਨਰਾਦਰੀ ਹੁੰਦੀ ਸਾਡੀ ਹੋਈ ਉਹ ਦੂਰ ਹੋ ਜਾਂਦੀ ਹੈ। ਸਿਮਰ ਤੱਬਿਆ ਹਿਰਦੈ ਗੁਰ ਮੰਤਰਣ ਹੈ। ਗੁਰੂ ਦੇ ਮੰਤਰ ਨੂੰ ਹਿਰਦੇ ਦੇ ਵਿੱਚ ਚਿਤਾਰੀਏ ਭਾਈ। ਜਿਵੇਂ ਸੱਤ ਪੁੱਤਰਾਂ ਦੇ ਨਾਲ, ਸਪੁੱਤਰਾਂ ਦੇ ਨਾਲ ਅਪਜਸ ਮਿਟ ਜਾਂਦਾ, ਇਸੇ ਤਰ੍ਹਾਂ ਜਿਹੜਾ ਗੁਰੂ ਦਾ ਮੰਤਰ ਹੈ, ਗੁਰੂ ਦਾ ਜਿਹੜਾ ਉਪਦੇਸ਼ ਹੈ, ਉਹ ਹਿਰਦੇ ਵਿੱਚ ਧਾਰਨ ਕਰਨ ਦੇ ਨਾਲ ਸਾਡਾ ਜਿਹੜਾ ਅਪਜਸ ਹੈ ਉਹ ਮਿਟ ਜਾਂਦਾ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਹੋ ਚੌਕੁੰਟ ਮਾਨੈ। ਕਬੀਰ ਜੀ, ਬਾਬਾ ਰਵਿਦਾਸ ਜੀ ਉਸ ਸਮੇਂ ਦੇ ਮੁਤਾਬਕ ਔਰ ਅੱਜ ਵੀ ਕੋਈ ਬਹੁਤੇ ਸੰਪੰਨ ਘਰਾਣੇ ਨਹੀਂ ਸੀਗੇ। ਮਸਾਂ ਗੁਜ਼ਾਰਾ ਚੱਲਦਾ ਸੀ ਕੰਮਕਾਰ ਕਰਕੇ, ਲੇਕਿਨ ਨਾਮ ਦੀਆਂ ਬਰਕਤਾਂ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਛਾਏ ਪਏ। ਕਿਸੇ ਵੀ ਦੇਸ਼ 'ਚ ਦੇਖ ਲਓ, ਜਿੱਥੇ ਵੀ ਬਾਣੀ ਪੜ੍ਹੀ ਜਾਂਦੀ ਹੈ, ਉੱਥੇ ਹੀ ਕਬੀਰ ਜੀ ਦਾ ਨਾਮ ਵਿੱਚ ਆਉਂਦਾ ਬਾਣੀ। ਆਪਾਂ ਨਤਮਸਤਕ ਹੁੰਦੇ ਸਾਰੀ ਬਾਣੀ ਨੂੰ, ਉਦੋਂ ਕਬੀਰ ਜੀ ਨੂੰ, ਆ ਬਾਬੇ ਰਵਿਦਾਸ ਜੀ ਨੂੰ ਵੀ ਹੁੰਦੇ। ਇਹ ਹੈ ਗੁਰੂ ਮੰਤਰ ਦੀ ਸ਼ਕਤੀ, ਗੁਰੂ ਉਪਦੇਸ਼ ਦੀ ਸ਼ਕਤੀ। ਬਈ ਜਿਹਨੂੰ ਕੋਈ ਵੀ ਨਾ ਗਿਣਦਾ ਹੋਵੇ, ਉਹ ਸਾਰਿਆਂ ਚਾਰੇ ਕੁੰਟਾਂ 'ਚ, ਦਹਿ ਦਿਸ਼ਾ ਵਿੱਚ ਉਹ ਛਾ ਜਾਂਦਾ। ਪ੍ਰੀਤਮ ਭਗਵਾਨ ਅਚੁੱਤ, ਉਹ ਵਿਨਾਸ਼ੀ ਪ੍ਰੀਤਮ ਭਗਵਾਨ ਅਚੁੱਤ ਹੈ, ਉਹਦਾ ਸਿਮਰਨ ਕਰਦੇ ਰਹੀਏ ਗੁਰੂ ਦੇ ਮੰਤਰ ਦੁਆਰਾ। ਨਾਨਕ ਸੰਸਾਰ ਸਾਗਰ ਤਾਰਨ ਹੈ। ਇਹ ਜਿਹੜਾ ਪ੍ਰੀਤਮ ਭਗਵਾਨ ਹੈ, ਵਿਨਾਸ਼ੀ ਹੈ, ਪਾਤਸ਼ਾਹ ਫਰਮਾਉਂਦੇ, ਪੰਚਮ ਪਾਤਸ਼ਾਹ, ਬਈ ਇਹ ਸਾਨੂੰ ਸੰਸਾਰ ਦੇ ਭੈ ਸਾਗਰ ਤੋਂ ਪਾਰ ਲੈ ਜਾਂਦਾ, ਤਾਰ ਲੈਂਦਾ। ਕੋਈ ਹੋਰ ਕਰਮ ਵਿਸ਼ੇਸ਼ ਸਾਨੂੰ ਤਾਰ ਨਹੀਂ ਸਕਦਾ ਇਸ ਭਵਜਲ ਤੋਂ, ਜੋ ਮਰਜ਼ੀ ਵੀ ਕਰ ਲਈਏ। ਕੇਵਲ ਔਰ ਕੇਵਲ ਓਨਲੀ ਪਰਮਾਤਮਾ ਦੀ ਜਿਹੜੀ ਕੀਰਤੀ ਹੈ, ਸਰੈਂਡਰ ਆਫ ਮਾਈਂਡ ਐਂਡ ਬੁੱਧੀ ਨਾਲ, ਉਹ ਸਾਨੂੰ
ਤਾਰ ਸਕਦੀ ਹੈ ਔਰ ਤਾਰਦੀ ਹੈ, ਹੋਰ ਕੋਈ ਤਰੀਕਾ ਨਹੀਂ। ਮਰਣੰ ਵਿਸਰਣੰ ਗੋਬਿੰਦੈ। ਪਰਮਾਤਮਾ ਨੂੰ, ਗੋਬਿੰਦ ਨੂੰ ਵਿਸਰਨਾ ਮੌਤ ਹੈ, ਜੀਵਨੰ ਹਰਿ ਨਾਮ ਧਿਆਵਨ। ਉਹਦਾ ਨਾਮ ਧਿਆਉਣਾ ਜੀਵਨ ਹੈ। ਇਹ ਗੁਰਬਾਣੀ ਦੀਆਂ ਦੋਨੋਂ ਪੰਕਤੀਆਂ ਨਿਚੋੜ ਹੈ। ਜਿਉਣਾ ਝੂਠ, ਮਰਨਾ ਸੱਚ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਵਿਸਾਖੀ ਵੀ ਆਉਂਦੀ ਹੈ। ਲੱਭਿਆਣੰ ਸਾਧ ਸੰਗੇਣ। ਇਹ ਫਿਰ ਕਿੱਥੋਂ ਪਤਾ ਚੱਲਦਾ ਇਸ ਚੀਜ਼ ਦਾ ਵੀ ਮਰਨਾ ਝੂਠ ਹੈ, ਮਰਨਾ ਸੱਚ ਹੈ, ਜੀਵਨ ਝੂਠ ਹੈ ਭਾਈ, ਔਰ ਜੀਵਨ ਜਿਹੜਾ ਨਾਮ ਧਿਆਉਣਾ ਹੈ। ਇਹ ਸਾਧੂ ਦੀ ਸੰਗਤ ਵਿੱਚ ਮਿਲਦੀਆਂ ਬਾਤਾਂ। ਨਾਨਕ ਹਰ ਪੂਰਵ ਲਿਖਣਾ, ਔਰ ਇਹ ਪੂਰਵ ਲਿਖਿਆ ਵਾ ਹੁੰਦਾ ਮੱਥੇ ਦੇ ਉੱਤੇ, ਜਿਹਨੂੰ ਪਰਾ ਪੂਰਵਲੀ ਭਾਵਨੀ ਪ੍ਰਗਟ ਹੋਈ ਆਏ, ਕਬੀਰ ਜੀ ਨੇ ਫਰਮਾਇਆ। ਉਹ ਜਿਹੜੀ ਪਰਾ ਪੂਰਵਲੀ ਹੈ ਉਹ ਇਹੀ ਚੀਜ਼ ਹੈ, ਮੱਥੇ ਦੇ ਉੱਤੇ ਨਿਸ਼ਾਨ ਪਾ ਕੇ ਭੇਜਦਾ, ਲੇਖ ਪਾ ਕੇ ਪਰਮਾਤਮਾ। ਉਹ ਸਮੇਂ ਨਾਲ ਪ੍ਰਗਟ ਹੁੰਦਾ। ਜਦੋਂ ਉਹ ਅੰਕਰ ਪ੍ਰਗਟ ਹੋਣਾ ਹੁੰਦਾ ਹੈ, ਕੋਈ ਨਾ ਕੋਈ ਪੁਰਖ, ਕਾਮਲ ਪੁਰਖ ਮਿਲ ਜਾਂਦਾ, ਉਹਦੀ ਛੂਹ ਦੇ ਨਾਲ ਜੀਵਨ ਬਦਲ ਜਾਂਦਾ। ਲਿਖਿਆ ਵਾ ਪਹਿਲਾਂ ਹੁੰਦਾ ਉਹ ਪਰਮਾਤਮਾ ਵੱਲੋਂ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਂਟਿਓ ਪੁਰਖ ਰਸਕ ਬੈਰਾਗੀ। ਗੁਰੂ ਅਮਰਦਾਸ ਜੀ ਅਜੇ ਗੁਰੂ ਨਹੀਂ ਸੀ ਬਣੇ, ਹਜੇ ਕਰਮ ਵਿਸ਼ੇਸ਼ਾਂ 'ਚ ਲੱਗੇ ਹੋਏ ਸੀ। ਗੰਗਾ ਜਾਣਾ, ਇਸ਼ਨਾਨ ਕਰਨੇ, ਦਾਨ ਪੁੰਨ ਕਰਨੇ, ਜਿਹੜਾ ਕਿ ਉੱਧਰ ਰਿਵਾਜ ਚੱਲਦਾ ਸਾਡੇ ਹਿੰਦੂ ਧਰਮ 'ਚ, ਔਰ ਕਿੰਨੇ ਚਿਰ ਤੋਂ ਕਰ ਰਹੇ ਸੀ। ਜਦੋਂ ਗੁਰੂ ਅੰਗਦ ਦੇਵ ਜੀ ਦੀ ਚਰਨ ਛੋਹ ਹੋਈ, ਉਸ ਤੋਂ ਬਾਅਦ ਜੀਵਨ ਪਲਟਾ ਖਾ ਗਿਆ। ਸਭ ਕੁਝ ਛੱਡ ਕੇ ਗੁਰੂ ਦੇ ਚਰਨ ਪਕੜ ਲਏ, ਬਸ ਧਿਆਉਣ ਵਿੱਚ ਲੱਗ ਗਏ। ਉਹਨਾਂ ਦੇ ਹੋ ਗਏ, ਮੈਂ ਮਰ ਗਈ, ਗੁਰੂ ਅੰਗਦ ਦੇਵ ਜੀ ਦੇ ਬਣ ਗਏ, ਔਰ ਅੰਤ ਨੂੰ ਫਿਰ ਉਹਨਾਂ ਨੂੰ ਛਤਰ ਸਿਰ ਦੇ ਉੱਤੇ ਰੱਖ ਦਿੱਤਾ ਗੁਰੂ ਅੰਗਦ ਦੇਵ ਜੀ ਨੇ, ਗੁਰਿਆਈ ਦਾ। ਇਹ ਪੂਰਬਲਾ ਸਭ ਨਿਸ਼ਚਿਤ ਹੁੰਦਾ ਹੈ, ਗੁਰਬਾਣੀ ਦੀ ਇਹ ਮਾਨਤਾ ਹੈ। ਭਾਵੇਂ ਸਾਡੇ ਜਿਹੜੇ ਮਿਸ਼ਨਰੀ ਭਰਾ ਉਹ ਕਹਿ ਦਿੰਦੇ ਆ ਵੀ ਜਿਹੜਾ ਹੁਣ ਤੋਂ ਪਹਿਲਾਂ ਇੱਕ ਮਿੰਟ ਲੰਘਿਆ ਉਹ ਪੂਰਬਲਾ ਹੈ, ਐਸੀ ਗੱਲ ਨਹੀਂ ਹੈ। ਉਹਨਾਂ ਦੀ ਇਹ ਖਿਆਲ ਹੈ। ਕੱਲ ਪਰਸੋਂ ਵੀ ਵਿਚਾਰਾਂ ਹੋ ਰਹੀਆਂ ਇਸ ਤਰ੍ਹਾਂ ਦੀਆਂ, ਐਵੇਂ ਕਲਪਨਾ ਬੁੱਧੀ ਦੀ ਕਰੀ ਹੋਈ ਹੈ। ਗੁਰਬਾਣੀ ਨੂੰ ਸਹੀ ਸੰਦਰਭ 'ਚ ਨਾ ਪੇਸ਼ ਕਰਨ ਦੀ ਬਾਤ ਹੈ। ਪੂਰਬ ਲਿਖਿਆ ਤਾਂ ਜ਼ਰੂਰੀ ਹੈ। ਜਿਹਨੂੰ ਕਿਸੇ ਨੂੰ ਪ੍ਰਾਪਤੀ ਹੋਣੀ ਹੈ ਨਾਮ ਦੀ, ਪਰਮਾਤਮਾ ਦੀ, ਉਹਦੇ ਮੱਥੇ ਦੇ ਉੱਤੇ ਕਰਮ ਗੁਰਬਾਣੀ ਮੰਨਦੀ ਹੈ ਵੀ ਪਹਿਲਾਂ ਹੀ ਲਿਖਿਆ ਹੋਇਆ ਹੁੰਦਾ। ਪਹਿਲਾਂ ਵਿਚਾਰ ਡਿਟੇਲ ਵਿੱਚ ਹੋ ਲਈ ਇਹਦੀ। ਤਾਂ ਸਾਧ ਸੰਗਤ ਜੀਓ, ਅੱਜ ਦੀ ਵਿਚਾਰਤਾ ਇੰਨੀਓ ਹੈ। ਗੁਰੂ ਮਹਾਰਾਜ ਸਾਰੀ ਬਾਣੀ ਦੇ ਵਿੱਚ ਕਿਤੋਂ ਵੀ ਪੜ੍ਹ ਲਓ, ਇੱਥੇ ਕਿਉਂਕਿ ਸੰਸਕ੍ਰਿਤ ਹੈ, ਆਪਾਂ ਨੂੰ ਉਹ ਪਰਟੀਕੂਲਰਲੀ ਦਿਖ ਰਹੀ ਹੈ। ਜਿਹੜੀ ਪੰਜਾਬੀ ਦੇ ਵਿੱਚ ਹੈ ਬਾਣੀ, ਬਾਕੀ ਜਿਹੜੀ ਹੋਰ ਜਗ੍ਹਾ ਜਿਵੇਂ ਸੁਖਮਨੀ ਸਾਹਿਬ ਹੈ, ਉਹ ਸਾਡੀ ਰੋਜ਼ ਦੀ ਬੋਲੀ ਕਰਕੇ ਸਾਨੂੰ ਉਹਦੇ ਚੋਂ ਇਸ ਤਰ੍ਹਾਂ ਨਹੀਂ ਚਮਕਦੀ ਜਿਵੇਂ ਹੋਰ ਭਾਸ਼ਾਵਾਂ ਚੋਂ ਚਮਕਦੀ ਹੈ। ਗੱਲ ਪਹਿਲਾਂ ਵੀ ਕਹੀਏ, ਦਾਸਰੇ ਨੇ ਸਾਂਝੀ ਕਰੀਏ। ਦੂਜੀ ਬੋਲੀ ਦੇ ਵਿੱਚ ਸਾਨੂੰ ਆਪਣੀ ਬੋਲੀ ਵਾਲਾ ਜਿਹੜਾ ਸ਼ਬਦ ਹੁੰਦਾ ਉਹਦਾ ਭਾਵ ਬਹੁਤ ਛੇਤੀ ਪ੍ਰਗਟ ਹੁੰਦਾ ਹੈ। ਆਹ ਜੀਵਨ ਮਰਨ ਵਾਲੀ ਜਿਹੜੀ ਬਾਤ ਹੈ ਬਈ ਪਰਮਾਤਮਾ ਦਾ ਸਿਮਰਨ ਕਰਨਾ ਜੀਵਨ ਹੈ, ਜੇ ਉਹਨੂੰ ਭੁੱਲ ਜਾਈਏ ਤਾਂ ਮੌਤ ਹੈ। ਇਹ ਬਹੁਤ ਕਲੀਅਰਲੀ ਇੱਥੋਂ ਪ੍ਰਗਟ ਹੋ ਰਹੀ ਹੈ ਬਾਤ। ਹੋ ਤਾਂ ਹੋਰ ਜਗ੍ਹਾ ਵੀ ਰਹੀ ਹੈ, ਪਰ ਸਾਡੀ ਬੁੱਧੀ ਐਸੀ ਹੈ, ਸਾਨੂੰ ਦੂਜੀ ਜਗ੍ਹਾ ਤੋਂ ਕਈ ਵਾਰ ਬਹੁਤ ਛੇਤੀ ਕਲੀਅਰ ਹੁੰਦੀ ਹੈ ਗੱਲ। ਮਹਾਰਾਜ ਬਖਸ਼ ਲਵੇ ਸਾਨੂੰ ਇਸ ਭੈਜਲ ਤੋਂ, ਭਵਜਲ ਤੋਂ ਬਾਹਰ ਜਾਣ ਖਾਤਰ ਇੱਕੋ ਹੀ ਰਸਤਾ ਹੈ ਬਸ। ਜਿੰਨੇ ਵੀ ਰਸਤੇ ਹੁਣ ਤੱਕ ਹੋਏ ਗੁਰੂ ਸਾਹਿਬਾਨਾਂ ਦੇ ਮੂਹਰੇ ਵੀ ਸੀ, ਉਹ ਜੇ ਉਹ ਠੀਕ ਹੁੰਦੇ ਤਾਂ ਗੁਰੂ ਸਾਹਿਬ ਨੂੰ ਨਵਾਂ ਮਾਰਗ ਦੇਣ ਦੀ ਲੋੜ ਨਹੀਂ ਸੀ। ਇਹ ਮਾਰਗ ਦਿੱਤਾ ਹੀ ਇਸੇ ਕਰਕੇ ਹੈ ਵੀ ਇਹ ਦੁਆਇਤ ਚੋਂ ਕੱਢ ਕੇ ਏਕੇ ਚ ਲਿਆਉਣਾ। ਉਹ ਸਾਰੇ ਹੀ ਦੁਆਇਤ ਦੇ ਰਸਤੇ, ਭਾਵੇਂ ਜਪਦੇ ਆ, ਸਿਮਰਨ ਜਾਂ ਜੋ ਵੀ ਕਰਦੇ ਆ, ਉਹ ਵੀ ਪਰਮਾਤਮਾ ਦਾ ਹੀ ਕਰਦੇ ਆ ਕਿਸੇ ਹੋਰ ਤਰੀਕੇ ਨਾਲ, ਪਰ ਦੁਆਇਤ ਚੋਂ ਕੱਢ ਕੇ ਏਕੇ ਨਾਲ ਜੋੜਨਾ ਇਹ ਕੇਵਲ ਗੁਰੂ ਨਾਨਕ ਸਾਹਿਬ ਦੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਿੱਸੇ ਆਇਆ।
ਬਹੁਤ ਕਲੀਅਰਲੀ ਉਹਨਾਂ ਦੇ ਡੇਰਿਆਂ ਦੇ ਉੱਤੇ ਜਾ ਜਾ ਕੇ, ਉਹਨਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਵੀ ਸਮਝਾਇਆ ਵੀ ਇਹ ਕਿਆ ਕਰਨ ਲੱਗੇ ਹੋਏ ਤੁਸੀਂ। ਜੈਨੀਆਂ ਨੂੰ ਕਿਹਾ, ਇੱਕ ਜੈਨੀ ਉਜੜ ਪਾਏ, ਸਿਰ ਖੁਆਏ ਪੀਏ ਮਲਵਾਣੀ, ਝੂਠਾ ਮੰਗ ਮੰਗ ਖਾਈ, ਫੋਲ ਫਦੀਹਤ ਮੂੰਹ ਲੈਣ ਪੜਾਸਾ, ਪਾਣੀ ਦੇਖ ਸਗਾਈ। ਸਾਡੇ ਜਿਹੜੇ ਅਣਭੋਲ ਵੀਰ ਹੈ ਸਿੱਖ ਵੀ, ਉਹ ਬਹੁਤ ਵਾਰੀ ਇਹ ਬਾਤ ਕਹਿੰਦੇ ਸੁਣੇ ਹੈ ਵੀ ਨਿੰਦਿਆ ਨਹੀਂ ਕਿਸੇ ਦੀ ਵੀ ਕਰਨੀ। ਬਿਲਕੁਲ ਸਹੀ ਗੱਲ ਹੈ। ਗੁਰਬਾਣੀ ਕਹਿੰਦੀ ਹੈ ਵੀ ਆਵਖਦ ਸਭੇ ਕੀਰਤਨ ਨਿੰਦਕ ਕਾ ਦਾਰੂ ਨਾ ਹੈ। ਨਿੰਦਕ ਦੀ ਕੋਈ ਦਾਰੂ ਹੀ ਨਹੀਂ ਹੈ। ਨਿੰਦਕ ਨੇ ਉਹ ਕਰਨੀ ਯਾਰ, ਉਹ ਬਹੁਤ ਮਾੜੀ ਗੱਲ ਹੈ। ਚੋਰ ਜਾਰ ਜਵਾਰ ਤੇ ਬੁਰਾ, ਅਣਹੋਂਦਾ ਭਾਰ ਨਿੰਦਕ ਸਿਰ ਧਰਾ। ਔਰ ਨਿੰਦਕ ਸੋਧ ਸਾਧ ਵਿਚਾਰਿਆ, ਕਹੁ ਰਵਿਦਾਸ ਪਾਪੀ ਨਰਕ ਸੁਧਾਰਿਆ। ਨਾਲ ਇਹ ਵੀ ਕਹਿ ਦਿੱਤਾ ਵੀ ਉਹਦਾ ਵੀ ਮੋਹ ਹੋ ਜਾਂਦਾ ਹੈ। ਜਿਹੜਾ ਨਿੰਦਕ ਹੁੰਦਾ ਹੈ ਸਾਧ ਦਾ, ਉਹ ਸਭ ਤੇ ਬੁਰਾ ਹੁੰਦਾ ਹੈ। ਲੇਕਿਨ ਜੇ ਸੰਤ ਚਾਹੇ, ਗੁਰੂ ਚਾਹੇ ਤਾਂ ਉਹਦਾ ਵੀ ਉਧਾਰ ਹੋ ਸਕਦਾ। ਨਿੰਦਕ ਗੁਰ ਕਿਰਪਾ ਤੇ ਹਟਿਓ, ਉਹ ਬਹੁਤ ਵਿਰਲੀ ਚੀਜ਼ ਹੈ। ਕਿਸੇ ਬਹੁਤ ਜ਼ਿਆਦਾ ਕਿਰਪਾ ਹੋ ਜਾਏ ਉਹ ਨਿੰਦਿਆ ਤੋਂ ਹਟ ਸਕਦਾ, ਅਦਰਵਾਈਜ਼ ਬੰਦਾ ਹਟਦਾ ਨਹੀਂ। ਨਿੰਦਿਆ ਔਰ ਸੱਚ ਕਹਿਣ ਦੇ ਵਿੱਚ ਅੰਤਰ ਬਹੁਤ ਹੈ। ਕੋਈ ਵੀ ਬੰਦਾ ਅੱਜ ਕੱਲ੍ਹ ਜੇ ਆਪਾਂ ਕਿਸੇ ਵੀ ਧਰਮ ਦੇ ਬਾਰੇ 'ਚ ਕੋਈ ਗੱਲ ਕਰਦੇ ਹਾਂ ਤਾਂ ਉਹ ਜਦ ਇਹ ਸਮਝਦੇ ਹਾਂ ਵੀ ਇਹ ਨਿੰਦਿਆ ਕਰੇ, ਇਹ ਅਣਭੋਲਪਣਾ ਜਾਂ ਅਗਿਆਨਤਾ ਕਹਿ ਲਓ। ਨਿੰਦਿਆ ਸੱਚ ਕਹਿਣ ਨੂੰ ਕਹਿੰਦੇ ਹੀ ਨਹੀਂ ਕਦੇ ਵੀ। ਸੱਚ ਕਹਿਣਾ ਤਾਂ ਸਗੋਂ ਸਮੇਂ ਦੀ ਲੋੜ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਮੇਂ ਸਮੇਂ ਜਾ ਕੇ ਮੌਕੇ ਦੇ ਉੱਤੇ ਉਹਨਾਂ ਦੇ ਮੂੰਹਾਂ ਦੇ ਉੱਤੇ ਇਹ ਗੱਲ ਕਹੀ ਹੈ ਵੀ ਆਹ ਤੁਹਾਡਾ ਗਲਤ ਕੰਮ ਹੈ ਭਾਈ, ਤੁਸੀਂ ਇੱਕ ਨੂੰ ਤਾਂ ਯਾਦ ਨਹੀਂ ਕਰਦੇ, ਤੁਸੀਂ ਦੂਜੇ 'ਚ ਪਏ ਹੋਏ ਹੋ। ਤੁਹਾਡੇ ਜਿਹੜੇ ਕਰਮ ਵਿਸ਼ੇਸ਼ ਹੈ ਉਹ ਇੱਕ ਨੂੰ ਨਾਲ ਨਹੀਂ ਜੋੜਦੇ, ਉਹ ਸਾਰੇ ਨਸ਼ਵਰ ਹੈ, ਉਹ ਮਿਟ ਜਾਣ ਵਾਲੇ ਹੈ। ਕਰਮ ਉਹ ਕਰੋ ਜਿਹੜਾ ਨਸ਼ਵਰ ਨਾ ਹੋਵੇ। ਉਹ ਕਿਹੜਾ ਕਰਮ ਹੈ? ਕੀਰਤੀ ਰੱਬ ਦੀ, ਪਰਮਾਤਮਾ ਦੀ ਕੀਰਤੀ ਕਰੋ, ਨਾ ਕਿ ਕਿਸੇ ਹੋਰ ਦੀ। ਹੋਰ ਦੀਆਂ ਕੀਰਤੀਆਂ ਜਦੋਂ ਆਪ ਨਸ਼ਵਰ ਹੈ, ਜੂਨਾਂ 'ਚ ਹੈ, ਤੇ ਸਾਨੂੰ ਉਹਨਾਂ ਦੀ ਭਗਤੀ ਕਰੀ ਹੋਈ ਕਿੱਥੇ ਪਾਰ ਤਾਰਾ ਕਰ ਦੂ ਸਾਡਾ, ਸਾਨੂੰ ਅਮਰ ਬਣਾ ਦੂਗੀ? ਨੋ। ਬਹੁਤ ਗੜਕੇ ਦੇ ਨਾਲ, ਬਹੁਤ ਠਰਮੇ ਦੇ ਨਾਲ ਵੀ, ਔਰ ਬਹੁਤ ਜ਼ੋਰ ਦੇ ਨਾਲ, ਦ੍ਰਿੜਤਾ ਨਾਲ ਆਪਣੀ ਬਾਤ ਪ੍ਰਚਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਸੇ ਕਰਕੇ ਬਲੀਆਂ ਵੀ ਲਈਆਂ ਉਹਨਾਂ ਨੇ। ਤਵੀ ਦੇ ਉੱਤੇ ਬਿਠਾਉਣੇ, ਚਾਂਦਨੀ ਚੌਕ ਦਾ ਸਾਕਾ ਵਰਤਾਉਣਾ, ਇਹਦੇ ਪਿੱਛੇ ਮੇਨ ਕਾਰਨ ਸੱਚ ਬੋਲਣਾ ਹੀ ਸੀ, ਜਿਹੜਾ ਕਿ ਬਾਣੀ ਦੇ ਵਿੱਚ ਹੈ। ਸੋ ਇਹ ਸੱਚ ਹੈ ਜਿਹੜਾ, ਇਹ ਹੋਰ ਚੀਜ਼ ਹੈ, ਨਿੰਦਿਆ ਹੋਰ ਚੀਜ਼ ਹੈ। ਲੱਗਦੀ ਹੁੰਦੀ ਹੈ, ਜਿਹੜਾ ਛੋਟੀ ਬੁੱਧੀ ਵਾਲਾ ਬੰਦਾ ਹੈ ਉਹਨਾਂ ਨੂੰ ਉਹ ਨਿੰਦਿਆ ਲੱਗਦੀ ਹੁੰਦੀ ਹੈ। ਸਿੱਖਾਂ 'ਚ ਵੀ ਹੈ ਐਸਾ ਬਹੁਤ ਕੁਛ, ਇਸ ਗਰੁੱਪ 'ਚ ਵੀ ਹੈ, ਮਾਫ਼ ਕਰਿਓ, ਇਹ ਜਿਹੇ ਕੁਛ ਹੈ ਜਿਹੜੇ ਸੱਚ ਨੂੰ ਨਿੰਦਿਆ ਸਮਝਦੇ ਬਈ ਕਹੋ ਹੀ ਨਾ ਕਿਸੇ ਨੂੰ ਕੁਛ। ਇਹ ਗੁਰਮਤ ਦਾ ਅਸੂਲ ਨਹੀਂ ਹੈ ਭਾਈ। ਗੁਰਮਤ ਵਿੱਤਾਂ, ਗੁਰਬਾਣੀ ਵਿੱਤਾਂ ਜਗ੍ਹਾ ਜਗ੍ਹਾ ਹਰ ਅੰਗ ਦੇ ਉੱਪਰ ਇਹ ਬਾਤਾਂ ਸੱਚ ਕਹੀਆਂ ਹੋਈਆਂ। ਪੰਡਿਤ ਨੂੰ ਵੀ ਸਮਝਾਇਆ ਗਿਆ, ਜੋਗੀਆਂ ਨੂੰ ਵੀ ਸਮਝਾਇਆ ਗਿਆ, ਉਜਾੜੇ ਕਾ ਬੰਦ ਵੀ ਕਿਹਾ ਗਿਆ, ਅੰਨੇ ਵੀ ਕਿਹਾ ਗਿਆ, ਗਿਆਨੀ ਵੀ ਕਿਹਾ ਗਿਆ, ਬਹੁਤ ਕੁਛ ਕਿਹਾ ਗਿਆ ਜੋ ਸੱਚ ਹੈ। ਮੁਸਲਮਾਨਾਂ ਨੂੰ ਮੱਕੇ ਵਿੱਚ ਜਾ ਕੇ ਉੱਧਰ ਨੂੰ ਚਰਨ ਕਰਨੇ ਡਿਸਰਿਸਪੈਕਟ ਖਾਤਰ ਨਹੀਂ, ਉਹਨਾਂ ਨੂੰ ਸਮਝਾਉਣ ਖਾਤਰ ਵੀ ਇਕੱਠੇ ਹੋ ਜਾਣਗੇ, ਫਿਰ ਆਪਣਾ ਗਿਆਨ ਉਹਨਾਂ ਨੂੰ ਦੱਸਾਂਗੇ। ਉਂਝ ਤਾਂ ਕੋਈ ਕੋਲ ਆਉਂਦਾ ਹੀ ਨਹੀਂ। ਇਹ ਸਾਈਕੋਲੋਜੀਕਲ ਫੈਕਟਰ ਹੈ ਲੋਕਾਂ ਨੂੰ ਆਪਣੇ ਕੋਲ ਲਿਆਉਣ ਦਾ। ਪੁੱਠਾ ਕੰਮ ਕਰਨ ਲੱਗ ਜਾਓ, ਲੋਕ ਨੱਠੇ ਆਉਣਗੇ। ਫਿਰ ਆਪਣੀ ਗੱਲ ਸਮਝਾ ਦਿਓ। ਅਪਜਸ ਕਰਨ ਦਾ ਮਕਸਦ ਨਹੀਂ ਸੀਗਾ, ਉਹ ਤਾਂ ਖੁਦ ਪਰਮਾਤਮਾ ਦਾ ਰੂਪ ਤੇ ਅੱਲਾ ਦਾ ਰੂਪ ਤੇ, ਉਹ ਕਦੇ ਅੱਲਾ ਦੇ ਘਰ ਦੀ ਬੇਅਦਬੀ ਕਰੇ ਨਹੀਂ ਸੀ ਸਕਦੇ। ਪਾਣੀ ਦੇਣਾ ਪੰਜਾਬ ਵੱਲ ਨੂੰ, ਲਹਿੰਦੇ ਵੱਲ ਨੂੰ ਕਰਕੇ, ਇਹ ਨਿੰਦਿਆ ਨਹੀਂ ਸੀ, ਉਹਨਾਂ ਨੂੰ ਸੱਚ ਗ੍ਰਹਿਣ ਕਰਾਉਣ ਦਾ ਇੱਕ ਤਰੀਕਾ ਸੀ। ਜ਼ਰੂਰ ਅਣਭੋਲ ਬੁੱਧੀ ਸਮਝਦੀ ਹੈ ਵੀ ਇਹ ਨਿੰਦਿਆ ਹੈ ਦੂਜੇ ਦੇ ਬਾਰੇ 'ਚ। ਪੰਡਿਤ ਨੂੰ ਇਹ ਕਿਹਾ ਵੀ ਆ ਜਿਹੜਾ ਤੂੰ ਟਿੱਕੇ ਲਾਉਣਾ, ਧੋਤੀ ਲਾਉਣਾ ਹੈ, ਦੋ ਕਪਾਟ ਰੱਖਦਾ ਹੈ ਸਿਰ ਦੇ ਉੱਪਰ, ਵੀ ਹੇਠਾਂ ਵੀ ਮਾਲਾ ਫੜੀ ਬੈਠਾ ਹੈ, ਇਹ ਤੇਰੇ ਕਿਸੇ ਕਰਮ ਨੇ ਵੀ ਨਾਲ ਨਹੀਂ ਜਾਣਾ। ਇਹ ਭਾਈ ਨਾ ਰਹਿਣ ਵਾਲੇ ਕਰਮ ਹੈ ਤੇਰੇ। ਗੁਰੂ ਦੇ ਮਾਰਗ ਤੇ ਚੱਲ ਤਾਂ ਕਿ ਤੇਰਾ ਆਧਾਰ ਹੋ ਜਾਏ। ਇਹ ਸਭ ਫੋਕਟ ਕਰਮ ਹੈ। ਫੋਕਟ ਹੁੰਦੇ ਫਰੂਟਲੈਸ, ਜਿਹਨੂੰ ਕੋਈ ਫਲ ਨਹੀਂ ਪੈਣਾ। ਫੋਕਟ ਕਰਮ ਕਰਨ ਦਾ ਫਾਇਦਾ ਵੀ ਕਿਆ?
ਉਹ ਕਰਮ ਕਰੋ ਜਿਹਦੇ ਨਾਲ ਸਾਡਾ ਉਧਾਰ ਹੋਵੇ, ਅਸੀਂ ਭਵਜਲ ਤੋਂ ਲੰਘ ਸਕੀਏ, ਦੁਨਿਆਵੀ ਜਿਹੜਾ ਭਵਜਲ ਹੈ। ਸੋ ਚਲੋ ਇਹ ਵਿਚਾਰਾਂ ਅੱਗੇ ਵੀ ਆਉਂਦੀਆਂ ਰਹਿੰਦੀਆਂ ਗਾਏ ਬਗਾਏ। ਸੱਚ ਸੁਣਨਾ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ ਹੀ, ਸੱਚ ਸੁਣਨਾ ਵੀ ਬੜਾ ਮੁਸ਼ਕਿਲ ਹੈ। ਤੜਫਦਾ ਬੰਦਾ ਜਦੋਂ ਸੱਚ ਸਾਹਮਣੇ ਆ ਜਾਂਦੀ ਹੈ ਨਾ ਗੱਲ, ਅੱਗ ਨਹੀਂ ਲੱਗ ਜਾਂਦੀ ਹੈ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਅੱਗ ਲੱਗ ਜਾਂਦੀ ਹੈ, ਜਲ ਜਾਂਦਾ ਸੱਚ ਸੁਣ ਕੇ। ਬਿੱਛੂ ਦੀ ਤਰ੍ਹਾਂ ਡੰਗ ਵੱਜਦਾ। ਸਾਧ ਸੰਗਤ ਜੀਓ, ਇੱਕ ਪੱਖ ਨੂੰ ਲੈ ਕੇ ਜਿਵੇਂ ਦੱਸ ਰਹੇ ਨੇ, ਦੋ ਤੁਕਾਂ ਬੋਲੀਆਂ ਸੀ ਸ਼ੁਰੂਆਤ ਵਿੱਚ, ਫਰੀਦਾ ਮੈਂ ਭੁਲਾਵਾ ਪੱਗ ਦਾ ਮੱਤ ਮੈਲੀ ਹੋ ਜਾਏ। ਇਹ ਮਨ ਵਿੱਚ ਖਿਆਲ ਵੀ ਮੇਰੀ ਬੇਇੱਜ਼ਤੀ ਹੋ ਗਈ, ਮੇਰਾ ਰਹਿੰਦਾ ਨਹੀਂ ਕੁਛ, ਮੈਂ ਐਂ ਕਰੂੰ ਜਿਵੇਂ ਅੱਜ ਕੱਲ੍ਹ ਮੋਦੀ ਸਾਹਿਬ ਬੜੇ ਹੋਏ ਸਾਡੇ ਪ੍ਰਧਾਨ ਮੰਤਰੀ। ਗੱਲ ਹੋਰ ਹੈ, ਕਹਿੰਦੇ ਹੋਰ ਹੈ। ਫਾਇਦਾ ਕਾਰਪੋਰੇਟ ਦਾ ਕਰ ਰਹੇ, ਕਹਿੰਦੇ ਅਸੀਂ ਕਿਸਾਨਾਂ ਦੇ ਹਿਤੈਸ਼ੀ ਮਿੱਤਰ। ਤੋ ਉਹ ਪੱਗ ਪਿੱਛੇ ਹੀ ਹੁੰਦਾ। ਪੱਗ ਦਾ ਮਤਲਬ ਇੱਕ ਸਿੰਬਲ ਹੈ ਵੀ ਮੇਰੀ ਰਹਿੰਦੀ ਨਹੀਂ ਹੈ, ਉਹਨੂੰ ਪੱਗ ਕਹਿੰਦੇ। ਕਬੀਰ ਬਾਬਾ ਫਰੀਦ ਜੀ ਫਰਮਾਉਂਦੇ ਵੀ ਇਹ ਤਾਂ ਸਿਰ ਵੀ ਮਿੱਟੀ ਨੇ ਖਾ ਜਾਣਾ, ਤੇ ਪੱਗ ਨੂੰ ਕਿੰਨੀ ਕੁ ਮੈਲ ਲੱਗ ਗਈ, ਕਿਆ ਗੱਲ ਹੈ ਖਾਸ। ਤੋ ਸਾਧ ਸੰਗਤ ਜੀਓ, ਸਮਾਪਤੀ ਕਰਨ ਤੋਂ ਪਹਿਲਾਂ ਕਬੀਰ ਜੀ ਦਾ ਇਹ ਸ਼ਬਦ ਵੀ, ਥੋੜਾ ਜਿਹਾ ਸ਼ਲੋਕ ਵੀ ਜੇ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰੈ ਕਾਗ। ਜਿਹੜਾ ਰਚ ਰਚ ਕੇ ਪੱਗ ਬੰਨ੍ਹਦਾ ਹੈ, ਟੌਰਾਂ ਕਰਕੇ ਮਨ ਵਿੱਚ ਹਉਮੈ ਦੇ ਲੈ ਕੇ, ਇਹ ਸਿਰ ਵੀ ਇਹਨੂੰ ਸਵਾਰਨਾ ਹੈ ਚੁੰਝਾਂ ਨਾਲ, ਕਾਵਾਂ ਨੇ ਠੁੰਗਾ ਮਾਰਨੀਆਂ ਦੇ ਉੱਪਰ। ਇਹ ਖਿਆਲ ਗੁਰਬਾਣੀ ਚ ਸਾਰੀ ਚ ਹੈ। ਦਸ਼ਮੇਸ਼ ਜੀ ਨੇ ਇਸ ਖਿਆਲ ਨੂੰ ਵੀ ਕਿਤੇ ਜਮਾਂ ਹੀ ਜਮਾਂ ਢਹਿੰਦੀ ਕਲਾ ਚ ਨਾ ਚਲੇ ਜਾਇਓ, ਫਿਰ ਇਹਨੂੰ ਦੂਜਾ ਰੂਪ ਵੀ ਦੇ ਦਿੱਤਾ। ਦਸਤਾਰਾਂ ਸਜਾਉਣ ਦੇ ਮੁਕਾਬਲੇ ਕਰਾਉਣ ਲੱਗ ਪਏ, ਤਾਂ ਕਿ ਸਾਡੇ ਅੰਦਰ ਜਿਹੜੀ ਆਤਮ ਸਨਮਾਨ ਹੈ, ਜਿਹੜਾ ਸੈਲਫ ਰਿਸਪੈਕਟ, ਉਹ ਵੀ ਪੈਦਾ ਹੋਵੇ। ਕਿਤੇ ਜਮਾਂ ਹੀ ਜਮਾਂ ਹੇਠੇ ਨਾ ਬੈਠ ਜਾਈਏ। ਜੋ ਕੁਛ ਹੋ ਰਿਹਾ ਸੀ, ਪਹਾੜੀ ਰਾਜੇ ਜੋ ਕਰ ਰਹੇ ਸੀਗੇ ਮੁਗਲਾਂ ਪ੍ਰਤੀ, ਆਪਣੇ ਧੀਆਂ ਦੇ ਡੋਲੇ ਵੀ ਦੇ ਰਹੇ ਸੀ। ਤੋ ਇਹ ਬੈਲੈਂਸਡ ਅਪਰੋਚ ਹੈ ਗੁਰਬਾਣੀ ਦੀ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਚਾਹੇ ਸਿਦਕੀ ਸ਼ਹੀਦੀ ਦਿਓ, ਚਾਹੇ ਹਥਿਆਰਬੰਦ ਜੰਗ ਕਰੋ, ਫਿਰ ਉੱਥੇ ਪੱਗ ਦੀ ਲਾਜ ਰੱਖਣੀ ਹੁੰਦੀ ਹੈ। ਉਹ ਰਚਨਾ ਨਹੀਂ ਹੈ, ਜਿੱਦਾਂ ਬਾਬਾ ਫਰੀਦ ਜੀ ਕਹਿ ਰਹੇ ਜੇ ਸਿਰ ਰਚ ਰਚ ਬੰਧਤ ਪਾਗ। ਕਬੀਰ ਜੀ ਫਰਮਾਉਂਦੇ ਫਰੀਦਾ ਮੈਂ ਭੁਲਾਵਾ ਪੱਗ ਦਾ, ਉਹ ਗੱਲ ਨਹੀਂ ਹੈ ਉੱਥੇ। ਉਹ ਸੈਲਫ ਰਿਸਪੈਕਟ ਹੈ। ਹਉਮੈ ਔਰ ਜਿਹੜਾ ਇਨਫੀਰੀਅਰਿਟੀ ਕੰਪਲੈਕਸ ਹੈ, ਜਿਹਨੂੰ ਆਪਾਂ ਕਹਿੰਦੇ ਹੀਣ ਭਾਵਨਾ, ਇਹਨਾਂ ਦੋਹਾਂ ਦੇ ਵਿਚਾਲੇ ਇੱਕ ਸਟੇਜ ਹੈ ਜਿਹਨੂੰ ਸੈਲਫ ਰਿਸਪੈਕਟ ਕਹਿੰਦੇ। ਨਾ ਹੀ ਹਉਮੈ ਚ ਉੱਪਰ ਚੜ੍ਹਨਾ, ਰਚ ਰਚ ਕੇ ਪੱਗ ਬੰਨਣੀ ਹੈ, ਤੇ ਨਾ ਹੀ ਹੀਣ ਭਾਵਨਾ ਚ ਜਾਣਾ ਵੀ ਮੇਰਾ ਤਾਂ ਕੁਛ ਹੈ ਹੀ ਨਹੀਂ ਜੀ, ਜੋ ਤੁਸੀਂ ਕਰਨਾ ਕਰੋ, ਮੈਨੂੰ ਮਾਰੋ ਰੱਖੋ। ਇਹਨਾਂ ਦੇ ਵਿਚਾਲੇ ਸੈਲਫ ਰਿਸਪੈਕਟ ਹੈ, ਇਨ ਬਿਟਵੀਨ, ਉਹ ਕਰਨੀ ਹੈ ਖਾਲਸੇ ਦੀ। ਸਿੱਖ ਨੇ ਦਬਣਾ ਵੀ ਨਹੀਂ, ਕਿਸੇ ਨੂੰ ਦਬਾਉਣਾ ਵੀ ਨਹੀਂ। ਇਹ ਵਿਚਾਰ ਤੋ ਦਿਓ ਆਗਿਆ। ਕਾਫੀ ਸਮਾਂ ਹੋ ਗਿਆ, ਲੰਬੀ ਹੋ ਗਈ ਆਡੀਓ। ਕਿਸੇ ਵੀ ਅਪਸ਼ਬਦ ਦੀ ਖਿਮਾ ਦਿਓ ਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।